हाँ जी, नेक्स्ट टॉपिक है अपना नॉलेज एक्यूजिशन, 6th चैप्टर है। नॉलेज एक्यूजिशन मीनस नॉलेज एक्वायरिंग, कि नॉलेज आप गेन कितों करनी है, प्राप्ति। एक्यूजिशन का मीनिंग होता प्राप्ति, नॉलेज की प्राप्ति, कि नॉलेज आप गेन कितों करनी है, वो आप की है कॉन्सैप्ट इस चैप्टर के विच पढ़ांगे। जी डेफिनेशन प्रॉपर दी हुई है डबल कोर्स के विच, द प्रोसैस ऑफ एक्वायरिंग नॉलेज फ्रॉम अ human expert for an expert system which must be carefully organized into if-then rules or some other form of knowledge representation is called knowledge acquisition। मतलब कि जिहड़ा प्रोसैस जिहदे विच जी आपां एक ह्यूमन एक्सपर्ट तो एक जिहड़ा ह्यूमन होगा, जिहड़ा पूरा एक्सपर्ट होगा, उस तो आपां नॉलेज एक्वायर करदे गेन करदे अपने एक्सपर्ट सिस्टम लई। आपां जिहड़ा अपना एक्सपर्ट सिस्टम तैयार करना ਉਹਦੇ ਲਈ ਆਪਾਂ ਕਿਸੇ ਹਿਊਮਨ ਤੋਂ ਨੌਲੇਜ ਐਕਵਾਇਰ ਕਰਦੇ ਹਾਂ, ਜਿਹੜੀ ਕਿ ਕੇਅਰਫੁਲੀ ਔਰਗਨਾਈਜ਼ਡ ਕੀਤੀ ਹੁੰਦੀ ਹੈ ਇਫ ਦੈਨ ਰੂਲ ਦੇ ਵਿੱਚ। ਔਰਗਨਾਈਜ਼ਡ ਮੀਨਸ ਕਿ ਇਫ ਦੈਟ ਪ੍ਰੋਬਲਮ ਵਿਲ ਕਮ ਦੈਨ ਦਾ ਸਲਿਊਸ਼ਨ ਵਿਲ ਬੀ ਦੈਟ, ਕਿ ਜੇਕਰ ਇਹ ਪ੍ਰੋਬਲਮ ਅਕਰ ਹੋ ਰਹੀ ਹੈ ਤਾਂ ਉਹਦਾ ਸਲਿਊਸ਼ਨ ਵੀ ਆਪਾਂ ਨਾਲ ਨੌਲੇਜ ਦੇ ਬੇਸ 'ਤੇ ਐਕਸਪਰਟ ਸਿਸਟਮ ਦੇ ਵਿੱਚ ਕੀ ਹੈ ਸਟੋਰ ਕਰਕੇ ਰੱਖਾਂਗੇ। ਤਾਂ ਇਹੋ ਜਿਹਾ ਸਿਸਟਮ ਬਣਾਵਾਂਗੇ ਜਿਹਦੇ ਵਿੱਚ ਕਿ ਇਫ ਕੰਡੀਸ਼ਨ ਦਿੱਤੀ ਹੋਊਗੀ ਕਿ ਜੇ ਇਹ ਪ੍ਰੋਬਲਮ ਆ ਰਹੀ ਹੈ ਦੈਨ ਉਹਦਾ ਸਲਿਊਸ਼ਨ ਹੋਊਗਾ। ਤਾਂ ਇਸ ਫੋਰਮ ਦੇ ਵਿੱਚ ਆਪਾਂ ਜਿਹੜੀ ਨੌਲੇਜ ਰੀਪ੍ਰਜੈਂਟ ਕਰਾਂਗੇ ਅਤੇ ਉਸ ਨੌਲੇਜ ਨੂੰ ਐਕਵਾਇਰ ਕਰ ਲਈ ਆਪਾਂ ਹਿਊਮਨ ਐਕਸਪਰਟ ਤੋਂ ਜਦੋਂ ਐਕਵਾਇਰ ਕਰਾਂਗੇ ਉਸ ਪ੍ਰੋਸੈਸ ਨੂੰ ਕੀ ਹੈ ਨੌਲੇਜ ਐਕੁਇਜ਼ੀਸ਼ਨ ਕਿਹਾ ਜਾਂਦਾ। ਤਾਂ ਇਹਦੇ ਵਿੱਚ ਕੀ ਆਪਾਂ ਨਿਊ ਇਨਫੋਰਮੇਸ਼ਨ ਮੈਮਰੀ ਦੇ ਵਿੱਚ ਸਟੋਰ ਕਰਦੇ ਹਾਂ, ਓਬਜ਼ਰਵ ਕਰਦੇ ਹੈਗੇ ਹਾਂ। ਨੌਲੇਜ ਆਪਾਂ ਨੂੰ ਐਕਸਪਰਟ ਤੋਂ ਮਿਲਦੀ ਹੈ ਕਿਤੋਂ ਆਪਾਂ ਉੱਥੋਂ ਓਬਜ਼ਰਵ ਕਰਦੇ ਹਾਂ ਅਤੇ ਨਿਊ ਸਿਸਟਮ ਦੇ ਵਿੱਚ ਆਪਣੀ ਜਿਹੜੀ ਡੇਟਾਬੇਸ ਦੇ ਵਿੱਚ ਨੌਲੇਜ ਹੈ ਮੈਮਰੀ ਦੇ ਵਿੱਚ ਸਟੋਰ ਕਰਵਾਉਣੀ ਹੈ ਜਾ ਕੇ। ਅਤੇ ਫਿਰ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਕੀ ਹੈ ਉਹੀ ਮੈਮਰੀ ਦੇ ਵਿੱਚੋਂ ਉਹੀ ਨੌਲੇਜ ਜਿਹੜੀ ਗੇਨ ਯੂਜ਼ ਕਰ ਸਕਦੇ ਹਾਂ। ਤਾਂ ਉਹਦਾ ਵੀ ਇੱਕ ਰੂਲ ਹੋਊਗਾ ਕਿ ਮੈਮਰੀ ਦੇ ਵਿੱਚੋਂ ਨੌਲੇਜ ਲੈਣੀ ਕਿਵੇਂ ਆ। ਹਾਊ ਵੈਲ ਦ ਇਨਫੋਰਮੇਸ਼ਨ ਕੈਨ ਵੀ ਲੇਟਰ ਵੀ ਰਿਮੈਂਬਰਡ, ਕਿ ਬਾਅਦ ਵਿੱਚ ਜਿਹੜੀ ਇਨਫੋਰਮੇਸ਼ਨ ਆਪਾਂ ਕਿਵੇਂ ਰਿਮੈਂਬਰ ਕਰਨੀ ਹੈ, ਕਿਵੇਂ ਆਪਾਂ ਉਹ ਲੈ ਸਕਦੇ ਹਾਂ। ਕੋਈ ਨਵੀਆਂ ਅਪਡੇਸ਼ਨਸ ਆਉਣਗੀਆਂ ਆਪਾਂ ਉਹ ਸਟੋਰ ਕਰਵਾਵਾਂਗੇ। ਤਾਂ ਐਕੁਇਜ਼ੀਸ਼ਨ ਦਾ ਮੇਨ ਮੀਨਿੰਗ ਕੀ ਹੈ ਕਿ ਨੌਲੇਜ ਨੂੰ ਗੇਨ ਕਿਵੇਂ ਕਰਨਾ, ਆਪਾਂ ਐਕਸਪਰਟਸ ਤੋਂ ਗੇਨ ਕਰਕੇ ਆਪਣੇ ਐਕਸਪਰਟ ਸਿਸਟਮ ਲਈ ਕਿਵੇਂ ਆ ਜਿਹੜੀ ਨੌਲੇਜ ਯੂਜ਼ ਕਰਨੀ ਹੈਗੀ ਆ। ਨੈਕਸਟ ਆਪਣੇ ਇਹਦੇ ਵਿੱਚ ਇਸ਼ੂ ਕੀ ਆਉਂਦੇ ਆ ਨੌਲੇਜ ਐਕੁਇਜ਼ੀਸ਼ਨ ਦੇ ਵਿੱਚ, ਮਤਲਬ ਕਿ ਆਪਾਂ ਨੌਲੇਜ ਗੇਨ ਕਰਨੀ ਆ, ਉਹਦੇ ਵਿੱਚ ਆਪਾਂ ਨੂੰ ਨੌਲੇਜ ਗੇਨ ਕਰਨ ਦੇ ਵਿੱਚ ਕੁਛ ਕੁ ਪ੍ਰੋਬਲਮਸ ਆਉਂਦੀਆਂ, ਤਾਂ ਉਹ ਵਾਲੀਆਂ ਇਸ਼ੂਜ਼ ਕੀ ਕੀ ਹੈਗੇ ਨੇ। ਮੋਸਟ ਨੌਲੇਜ ਇਜ਼ ਇਨ ਦਾ ਹੈਡ ਆਫ ਐਕਸਪਰਟਸ, ਕਹਿੰਦੇ ਦੇਖੋ ਸਭ ਤੋਂ ਵੱਧ ਨੌਲੇਜ ਕਿਹਦੇ ਕੋਲ ਹੈ, ਜਿਹੜਾ ਐਕਸਪਰਟਸ ਦਾ ਹੈਡ ਹੋਊਗਾ। ਮੰਨ ਲਓ ਇੱਕ ਟੀਮ ਹੈ ਪੂਰੀ ਐਕਸਪਰਟਸ ਦੀ, ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਹੈਡ ਹੋਊਗਾ, ਨੌਲੇਜ ਕੀ ਹੈ ਉਸ ਕੋਲ ਹੋਊਗੀ। ਅਤੇ ਜਿਹੜੇ ਹੈਡ ਤੋਂ ਐਕਸਪਰਟ ਹੈਡ ਤੋਂ ਨੌਲੇਜ ਗੇਨ ਕਰਨਾ ਕੀ ਇੱਕ ਡਿਫੀਕਲਟ ਟਾਸਕ ਹੈ, ਉਹ ਤੋਂ ਨੌਲੇਜ ਨੂੰ ਐਕਵਾਇਰ ਕਰਨਾ ਜਿਹੜਾ ਹੈਗਾ ਉਹ ਮੁਸ਼ਕਿਲ ਹੈ। ਐਕਸਪਰਟਸ ਹੈਵ ਵੇਸਟ ਅਮਾਊਂਟਸ ਆਫ ਨੌਲੇਜ ਵਾਸਟ ਅਮਾਊਂਟ ਆਫ ਨੌਲੇਜ। ਜਿਹੜੇ ਐਕਸਪਰਟਸ ਹੋਣਗੇ ਉਹਨਾਂ ਕੋਲ ਬਹੁਤ ਜ਼ਿਆਦਾ ਨੌਲੇਜ ਹੋਊਗੀ, ਵਾਸਟ ਅਮਾਊਂਟ ਕਿ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਨੌਲੇਜ ਹੋਊਗੀ। ਤਾਂ ਇੱਥੇ ਆਪਣੇ ਕੋਲ ਇਸ਼ੂ ਕੀ ਆਉਂਦਾ ਕਿ ਆਪਾਂ ਨੂੰ ਉਹਨਾਂ ਨੂੰ ਡਿਫਾਈਨ ਕਰਨਾ ਪਊ ਕਿ ਅਸੀਂ ਕਿਸ ਟਾਈਪ ਦੀ ਨੌਲੇਜ ਚਾਹੁੰਦੇ ਹਾਂ। ਮੰਨ ਲਓ ਆਪਾਂ ਐਕਸਪਰਟ ਸਿਸਟਮ ਕਿਸੇ ਸਪੈਸੀਫਿਕ ਪਰਪਜ਼ ਲਈ ਬਣਾ ਰਹੇ ਹਾਂ, ਤਾਂ ਆਪਾਂ ਨੂੰ ਐਕਸਪਰਟਸ ਨੂੰ ਡਿਫਾਈਨ ਕਰਨਾ ਪਊ। ਪਹਿਲਾਂ ਆਪਣਾ ਪੂਰਾ ਸਿਸਟਮ ਡਿਫਾਈਨ ਕਰਨਾ ਪਊ, ਆਪਣੀ ਪੂਰੀ ਟੈਕਨੀਕ ਡਿਫਾਈਨ ਕਰਨੀ ਪਊ, ਫਿਰ ਕੀ ਐਕਸਪਰਟਸ ਆਪਾਂ ਨੂੰ ਨੌਲੇਜ ਹੈ ਜਿਹੜੀ ਪ੍ਰੋਵਾਈਡ ਕਰਨਗੇ। ਐਕਸਪਰਟਸ ਹੈਜ਼ ਅ ਲੋਟ ਆਫ ਟੈਕਟ ਨੌਲੇਜ, ਅਤੇ ਐਕਸਪਰਟਸ ਕੋਲ ਕੀ ਹੈ ਟੈਕਟ ਨੌਲੇਜ। ਟੈਕਟ ਮੀਨਸ ਕਿ ਪੂਰੀ ਸੰਖੇਪ ਦੇ ਵਿੱਚ ਪੂਰੀ ਡਿਫਾਈਨਡ ਨੌਲੇਜ ਹੁੰਦੀ ਹੈ। ਤਾਂ ਉਹਦੇ ਵਿੱਚੋਂ ਕੀ ਹੈ ਜੇ ਮੰਨ ਲਓ ਆਪਾਂ ਨੂੰ ਬਰੀਫ ਨੌਲੇਜ ਚਾਹੀਦੀ ਹੈ, ਆਪਾਂ ਕੁਛ ਕੁ ਪੁਆਇੰਟ ਚਾਹੀਦੇ ਆ, ਤਾਂ ਆਪਾਂ ਨੂੰ ਕਿ ਉਹਨਾਂ ਤੋਂ ਪੂਰੀ ਸੰਖੇਪ ਟੈਕਟ ਨੌਲੇਜ ਗੇਨ ਕਰਨੀ ਪਊਗੀ। ਅਤੇ ਫਿਰ ਉਹਦੇ ਵਿੱਚੋਂ ਆਪਣੀ ਯੂਜ਼ ਦੇ ਅਕੋਰਡਿੰਗ ਜਿੰਨੀ ਕਿ ਆਪਾਂ ਨੂੰ ਨੌਲੇਜ ਚਾਹੀਦੀ ਹੈ ਉਹ ਨੌਲੇਜ ਕੀ ਆਪਾਂ ਨੂੰ ਯੂਜ਼ ਕਰਨੀ ਪਊਗੀ। ਬਟ ਕੀ ਐਕਸਪਰਟ ਕੀ ਹੈ ਪ੍ਰੋਪਰ ਬਰੀਫ ਦੇ ਵਿੱਚ ਆਪਾਂ ਨੂੰ ਨੌਲੇਜ ਪੂਰੀ ਐਕਸਪਲੇਨੇਸ਼ਨ ਆਪਾਂ ਨੂੰ ਪ੍ਰੋਵਾਈਡ ਕਰਨਗੇ। ਦੇ ਡੋਂਟ ਨੋ ਆਲ ਦੈਟ ਦੇ ਨੋ ਐਂਡ ਯੂਜ਼, ਕਿ ਜੇ ਮਤਲਬ ਕਿ ਐਕਸਪਰਟਸ ਕੋਲ ਕਿੰਨੀ ਜ਼ਿਆਦਾ ਨੌਲੇਜ ਹੁੰਦੀ ਹੈ ਤਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਨੌਲੇਜ ਕਿਸ ਟਾਈਮ 'ਤੇ ਯੂਜ਼ ਕਰ ਰਹੀ ਹੈ। ਟੈਕਟ ਨੌਲੇਜ ਇਜ਼ ਹਾਰਡ ਟੂ ਡਿਸਕਰਾਈਬ, ਟੈਕਟ ਨੌਲੇਜ ਨੂੰ ਕਹਿੰਦੇ ਡਿਸਕਰਾਈਬ ਕਰਨਾ ਇੰਪੋਸੀਬਲ ਹੈ, ਕਿਉਂਕਿ ਟੈਕਟ ਮੀਨਸ ਕਿ ਪ੍ਰੋਪਰ ਡੀਪਲੀ ਪੂਰਾ ਡੈਪਥ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਕਿਸੇ ਟੋਪਿਕ ਬਾਰੇ ਨੌਲੇਜ ਹੈ
ਤਾਂ ਜਿਹੜੀ ਦੇਖੋ ਪੂਰੀ ਡੈਫਥ ਦੇ ਵਿੱਚ ਜਾ ਕੇ ਨੌਲੇਜ ਹੋ, ਪੂਰੀ ਡੀਪਲੀ ਕਿਸੇ ਇਨਸਾਨ ਕੋਲ ਕੋਈ ਨੌਲੇਜ ਹੈ ਤਾਂ ਉਹਨੂੰ ਐਕਸਪਲੇਨ ਕਰਨਾ ਬਹੁਤ ਡਿਫੀਕਲਟ ਟਾਸਕ ਹੋ ਜਾਂਦਾ। ਐਕਸਪਰਟਸ ਆਰ ਵੈਰੀ ਬਿਜ਼ੀ ਐਂਡ ਵੈਲਿਊਏਬਲ ਪੀਪਲ। ਐਕਸਪਰਟਸ ਕੀ ਹੈ, ਬਹੁਤ ਬਿਜ਼ੀ ਪੀਪਲ ਹੁੰਦੇ ਆ, ਵੈਲਿਊਏਬਲ ਹੁੰਦੇ ਆ। ਕਿ ਬਿਜ਼ੀ ਹੈ ਤਾਂ ਆਪਣੇ ਕੋਲ ਆਪਾਂ ਨੂੰ ਸ਼ਡਿਊਲ ਪਤਾ ਨਹੀਂ ਉਹਨਾਂ ਨਾਲ ਆਪਾਂ ਨੂੰ ਮਤਲਬ ਐਕਸਪਰਟਸ ਨਾਲ ਟਾਈਮ ਮਿਲੂਗਾ ਕਿ ਨਹੀਂ ਨੌਲੇਜ ਗੇਨ ਕਰਨ ਦਾ। ਅਤੇ ਕੀ ਹੈ, ਵੈਲਿਊਏਬਲ ਪੀਪਲ ਹੈ। ਮੀਨਜ਼ ਕਿ ਜੇਕਰ ਆਪਾਂ ਮੰਨ ਲਓ ਕੋਈ ਐਕਸਪਰਟ ਆਪਾਂ ਨੂੰ ਨੌਲੇਜ ਦਿੰਦਾ ਤਾਂ ਉਹਨਾਂ ਦਾ ਕੀ ਹੈ, ਜਿਹੜੀ ਉਹਨਾਂ ਦੀ ਫੀਸ ਕਹਿ ਸਕਦੇ ਆਪਾਂ, ਜਾਂ ਉਹਨਾਂ ਦਾ ਕੀ ਹੈ ਕੋਸਟਲੀ ਪਊਗਾ ਆਪਾਂ ਨੂੰ। ਈਚ ਐਕਸਪਰਟ ਡਜ਼ਨਟ ਨੋ ਐਵਰੀਥਿੰਗ। ਅਤੇ ਇੱਕ ਕੀ ਆ ਕਿ ਹਰ ਇੱਕ ਐਕਸਪਰਟ ਹਰ ਇੱਕ ਚੀਜ਼ ਨਹੀਂ ਜਾਣਦਾ। ਮੰਨ ਲਓ ਐਕਸਪਰਟ ਆਪਾਂ ਉਹੀ ਕਹਿੰਦੇ ਹਾਂ, ਐਕਸਪਰਟ ਉਹ ਇਨਸਾਨ ਹੁੰਦਾ ਜਿਹੜਾ ਕਿਸੇ ਇੱਕ ਸਪੈਸੀਫਿਕ ਚੀਜ਼ ਦੇ ਵਿੱਚ ਪ੍ਰੋਪਰ ਹੋਵੇ, ਮਾਹਿਰ ਹੋਵੇ। ਮੰਨ ਲਓ ਆਪਾਂ ਕਹਿ ਦਿੰਦੇ ਹਾਂ ਸੀ ਲੈਂਗੁਏਜ ਦੇ ਵਿੱਚ ਐਕਸਪਰਟ ਹੈ, C++ ਦੇ ਵਿੱਚ ਐਕਸਪਰਟ ਹੈ ਨਾ, ਤਾਂ ਜ਼ਰੂਰੀ ਨਹੀਂ ਕਿ ਜਿਹੜਾ ਸੀ ਵਾਲਾ ਐਕਸਪਰਟ ਹੈ ਉਹਨੂੰ ਜਾਵਾ ਵੀ ਆਉਂਦੀ ਹੋਵੇ, ਜਾਂ ਜਿਹੜਾ C++ ਵਾਲਾ ਐਕਸਪਰਟ ਹੈ ਉਹਨੂੰ PHP ਆਉਂਦੀ ਹੋਵੇ। ਤਾਂ ਜਿਹੜੇ ਐਕਸਪਰਟਸ ਹੈ, ਕੋਈ ਇੱਕ ਐਕਸਪਰਟ ਹੈ, ਉਹ ਇਹ ਨਹੀਂ ਕਿ ਉਹਦੇ ਕੋਲ ਹੀ ਸਾਰੀ ਨੌਲੇਜ ਹੋਊਗੀ। ਹਰ ਇੱਕ ਟੋਪਿਕ ਲਈ ਆਪਾਂ ਨੂੰ ਅਲੱਗ ਅਲੱਗ ਐਕਸਪਰਟ ਜਿਹੜੇ ਹੈਗੇ ਆ ਲੈਣੇ ਪੈਣਗੇ। ਫਿਰ ਆ ਗਈ ਰਿਕੁਆਇਰਮੈਂਟ ਆਫ ਨੌਲੇਜ ਐਕੁਜ਼ੀਸ਼ਨ ਟੈਕਨੀਕਸ, ਕਿ ਕੀ ਰਿਕੁਆਇਰਮੈਂਟ ਹੈ ਆਪਾਂ ਨੂੰ ਜੇਕਰ ਆਪਾਂ ਆਪਦੇ ਸਿਸਟਮ ਲਈ ਜਿਹੜੀ ਹੈ ਨੌਲੇਜ ਐਕਵਾਇਰ ਕਰਨੀ ਹੈ। ਨੌਲੇਜ ਕੀ ਹੈ ਜੀ, ਟੇਕ ਐਕਸਪਰਟ ਆਫ ਦਾ ਜੋਬ ਫॉर ਸ਼ੋਰਟ ਟਾਈਮ ਪੀਰੀਅਡ। ਦੇਖੋ ਕੀ ਸੀਗਾ ਕਿ ਐਕਸਪਰਟਸ ਦਾ ਜਿਹੜਾ ਹੈਗਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ, ਠੀਕ ਹੈ, ਉਹ ਆਪਾਂ ਨੂੰ ਟਾਈਮ ਨਹੀਂ ਦੇ ਸਕਦੇ ਕੰਮ ਕਰਦੇ ਹੋਏ। ਤਾਂ ਕੀ ਹੈ, ਜੇਕਰ ਆਪਾਂ ਨੂੰ ਐਕਸਪਰਟਸ ਚਾਹੀਦਾ ਹੈਗਾ ਤਾਂ ਰਿਕੁਆਇਰਮੈਂਟ ਕੀ ਹੋਊਗੀ ਕਿ ਜਿਹੜੇ ਐਕਸਪਰਟ ਹੈ ਉਹਨਾਂ ਨੂੰ ਸ਼ੋਰਟ ਟਾਈਮ ਪੀਰੀਅਡ ਦੇ ਲਈ ਉਹਨਾਂ ਦੀ ਜੋਬ ਤੋਂ ਜਿਹੜਾ ਔਫ ਕੀਤਾ ਜਾਵੇ, ਕਿ ਉਹਨਾਂ ਨੂੰ ਉਹਨਾਂ ਦੀ ਜੋਬ ਤੋਂ ਹਟਾਇਆ ਜਾਵੇ ਸਮੋਲ ਪੀਰੀਅਡ ਆਫ ਟਾਈਮ ਲਈ, ਤਾਂ ਕਿ ਉਹ ਆਪਣੀ ਨੌਲੇਜ ਹੈ ਜਿਹੜੀ ਐਕਸਪਰਟ ਸਿਸਟਮ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜੀ ਯੂਜ਼ ਕਰ ਸਕਣ। ਅਲਾਓ ਨੋਨ ਐਕਸਪਰਟ ਟੂ ਅੰਡਰਸਟੈਂਡ ਦਾ ਨੌਲੇਜ। ਜਿਹੜੇ ਨੋਨ ਐਕਸਪਰਟ ਹੈ, ਮਤਲਬ ਕਿ ਹਜੇ ਐਕਸਪਰਟ ਆਪਾਂ ਉਹਨੂੰ ਕਹਿ ਨਹੀਂ ਸਕਦੇ, ਬਟ ਉਹ ਕੀ ਨੌਲੇਜ ਕਾਫੀ ਹੱਦ ਤੱਕ ਗੇਨ ਕਰ ਚੁੱਕੀ ਹੈ, ਤਾਂ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਕਿ ਉਹ ਕੀ ਹੈ ਨੌਲੇਜ ਨੂੰ ਅੰਡਰਸਟੈਂਡ ਕਰਨ, ਨੌਲੇਜ ਨੂੰ ਯੂਜ਼ ਕਰਨ। ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਤਾਂ ਕਿ ਟਾਈਮ 'ਤੇ ਆ ਕੇ ਉਹ ਵੀ ਆਪਣੇ ਇੱਕ ਟੋਪਿਕ ਦੇ ਵਿੱਚ ਪੂਰੇ ਐਕਸਪਰਟ ਹੋ ਸਕਣ। ਫੋਕਸ ਔਨ ਦਾ ਐਸੈਂਸ਼ੀਅਲ ਨੌਲੇਜ। ਤਾਂ ਮੇਨ ਆਪਣਾ ਕੀ ਐਸੈਂਸ਼ੀਅਲ ਹੁੰਦੀ ਹੈ ਜਿਹੜੀ ਜ਼ਰੂਰੀ ਨੌਲੇਜ ਹੈ, ਕਿ ਜਿਹੜੀ ਆਪਣੇ ਸਿਸਟਮ ਆਪਣੇ ਆਪਾਂ ਮੰਨ ਲਓ ਕਿ ਐਕਸਪਰਟ ਸਿਸਟਮ ਬਣਾ ਰਹੇ, ਜਿਹੜੀ ਆਪਣੇ ਸਿਸਟਮ ਲਈ ਵੈਲਿਊਏਬਲ ਨੌਲੇਜ ਹੈ ਸਭ ਤੋਂ ਜ਼ਿਆਦਾ ਫੋਕਸ ਆਪਣਾ ਉਸ 'ਤੇ ਰਹਿਣਾ ਚਾਹੀਦਾ। ਕੈਨ ਕੈਪਚਰ ਟੈਕਟ ਨੌਲੇਜ। ਅਤੇ ਆਪਾਂ ਨੂੰ ਕੀ ਹੈ ਟੈਕਟ ਨੌਲੇਜ ਕੈਪਚਰ ਕਰਨੀ ਚਾਹੀਦੀ ਹੈ ਪੂਰੀ ਮੰਨ ਲਓ ਇੱਕ ਟੋਪਿਕ ਬਾਰੇ ਆਪਾਂ ਕਿਸੇ ਬਾਰੇ ਨੌਲੇਜ ਗੇਨ ਕਰ ਰਹੇ ਹਾਂ ਤਾਂ ਕਮ ਸੇ ਕਮ ਉਸ ਟੋਪਿਕ ਬਾਰੇ ਆਪਾਂ ਨੂੰ ਪੂਰੀ ਡੀਪਲੀ ਨੌਲੇਜ ਹੋਣੀ ਚਾਹੀਦੀ ਹੈ। ਅਲਾਓ ਨੌਲੇਜ ਟੂ ਬੀ ਕਲੈਕਟਡ ਫਰੋਮ ਡਿਫਰੈਂਟ ਐਕਸਪਰਟਸ। ਤਾਂ ਕੀ ਆਪਾਂ ਨੂੰ ਪਰਮਿਸ਼ਨ ਹੋਣੀ ਚਾਹੀਦੀ ਕਿ ਆਪਾਂ ਡਿਫਰੈਂਟ ਐਕਸਪਰਟਸ ਤੋਂ ਕੀ ਹੈ ਨੌਲੇਜ ਗੇਨ ਕਰ ਸਕਦੇ ਹਾਂ। ਅਲਾਓ ਨੌਲੇਜ ਟੂ ਬੀ ਵੈਲੀਡੇਟਡ ਐਂਡ ਮੇਨਟੇਨਡ। ਨੌਲੇਜ ਕੀ ਵੈਲੀਡੇਟ ਹੋਣੀ ਚਾਹੀਦੀ ਹੈ ਅਤੇ ਮੇਨਟੇਨ ਹੋਣੀ ਚਾਹੀਦੀ ਹੈ, ਕਿ ਆਪਾਂ ਨੂੰ ਮੇਨਟੇਨੇਬਲ ਹੋਣੀ ਚਾਹੀਦੀ, ਉਹਦੇ ਵਿੱਚ ਨਿਊ ਅਪਡੇਟ ਕਰਨਾ, ਕੋਈ ਚੇਂਜਸ ਕਰਨੇ ਤਾਂ ਆਪਾਂ ਉਸ ਅਕੋਰਡਿੰਗ ਟਾਈਮ ਟੂ ਟਾਈਮ ਜਿਹੜੇ ਕਰ ਸਕਦੇ ਹਾਂ। ਫਿਰ ਨੌਲੇਜ ਐਕੁਜ਼ੀਸ਼ਨ ਟੈਕਨੀਕਸ ਆ ਗਈਆਂ, ਕਿ ਨੌਲੇਜ ਨੂੰ ਐਕਵਾਇਰ ਕਰਨ ਲਈ ਕਿਹੜੀਆਂ ਟੈਕਨੀਕਸ ਹੋ ਸਕਦੀਆਂ। ਮੰਨ ਲਓ ਆਪਾਂ ਨੌਲੇਜ ਗੇਨ ਕਰ ਰਹੇ ਹਾਂ, ਕਿਸ ਤਰੀਕੇ ਕਰ ਰਹੇ ਹਾਂ, ਤਾਂ ਉਹ ਵਾਲੀਆਂ ਟੈਕਨੀਕਸ ਪਹਿਲੀ ਹੈਗੀ ਆ ਪ੍ਰੋਟੋਕੋਲ ਜਨਰੇਸ਼ਨ ਟੈਕਨੀਕ। ਪ੍ਰੋਟੋਕੋਲ ਜਨਰੇਸ਼ਨ ਟੈਕਨੀਕ ਦੇ ਵਿੱਚ ਕੀ ਹੈ ਇਸ ਵਿੱਚ ਨੌਲੇਜ ਗੇਨ ਕਰਨ ਦਾ ਇੱਕ ਤਰੀਕਾ ਕਿ ਇੰਟਰਵਿਊਜ਼ ਤੋਂ ਜਿਹੜੀ ਆਪਾਂ ਨੂੰ ਨੌਲੇਜ ਗੇਨ ਹੁੰਦੀ। ਮੰਨ ਲਓ ਆਪਾਂ ਕਿਸੇ ਐਕਸਪਰਟ ਦੀ ਇੰਟਰਵਿਊ ਲਈ, ਉਹਦੇ ਵਿੱਚੋਂ ਆਪਾਂ ਨੂੰ ਕੁਛ ਮਿਲ ਗਿਆ ਸਿੱਖਣ ਨੂੰ, ਹੈ ਨਾ, ਉਸ ਤਰੀਕੇ। ਇੰਟਰਵਿਊ ਦੇਖੋ ਅੱਗੇ ਹੁੰਦੀਆਂ 3 ਟਾਈਪ ਦੀਆਂ, ਅਨਸਟਰਕਚਰਡ, ਸੈਮੀ ਸਟਰਕਚਰਡ ਐਂਡ ਸਟਰਕਚਰਡ। ਅਨਸਟਰਕਚਰਡ ਕੀ ਹੁੰਦਾ? ਅਨਸਟਰਕਚਰਡ ਇੰਟਰਵਿਊ ਹੁੰਦੀ ਹੈ ਕਿ ਆਪਾਂ ਮੰਨ ਲਓ ਆਪਾਂ ਨੂੰ ਐਕਸਪਰਟ ਮਿਲਿਆ, ਆਪਾਂ ਆਪਣੇ ਵੱਲੋਂ ਜਿਹੜੇ ਆਪਣੇ ਦਿਮਾਗ 'ਚ ਜਾਂ ਕੁਸ਼ਚਨ ਆਉਂਦੇ ਗਏ ਆਪਾਂ ਉਹ ਪੁੱਛਦੇ ਗਏ, ਠੀਕ ਹੈ, ਅਨਸਟਰਕਚਰਡ। ਸਟਰਕਚਰਡ ਹੈ ਜਿੱਥੇ ਪੂਰਾ ਸਟਰਕਚਰ ਪਹਿਲੇ ਡਿਫਾਈਨ ਹੁੰਦਾ ਕਿ ਇਸ ਇਨਸਾਨ ਦੀ ਇੰਟਰਵਿਊ ਲੈਣੀ ਹੈ ਤਾਂ ਆਪਾਂ ਮੰਨ ਲਓ 20 ਕੁਐਸਚਨ ਪੁੱਛਣੇ ਹੈ, ਤਾਂ ਆਪਾਂ 20 ਦੇ 20 ਪਹਿਲਾਂ ਹੀ ਪਲਾਨ ਕੀਤੇ ਹੁੰਦੇ ਕਿ ਆਹ ਵਾਲੇ ਕੁਐਸਚਨ ਹੀ ਆਪਾਂ ਉਹਨੂੰ ਪੁੱਟ ਕਰਨੇ ਆ। ਸੈਮੀ ਸਟਰਕਚਰਡ ਹੁੰਦੀ ਹੈ ਕਿ ਪਹਿਲਾਂ ਤੋਂ ਪਲਾਨ ਹੈ, ਬਟ ਉਹਦੇ ਵਿੱਚ ਕੀ ਹੈ, ਮੰਨ ਲਓ ਆਪਾਂ 20 ਕੁਐਸਚਨ ਉਹਨੂੰ ਪੁੱਟ ਕਰਨੇ ਤਾਂ 20 ਦੇ 20 ਪਲੈਨਡ ਨਹੀਂ ਹੋਣਗੇ, 5-4 ਕੁਐਸਚਨ ਪਲੈਨਡ ਹੋਣਗੇ। ਬਾਕੀ ਕੀ ਆਪਾਂ ਐਟ ਏ ਟਾਈਮ ਉਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਅੱਗੇ ਜਿਹੜੇ ਆ ਨਵੇਂ ਕੁਐਸਚਨ ਰਾਈਜ਼ ਕਰਾਂਗੇ। ਸੈਕਿੰਡ ਹੈਗਾ ਜੀ ਪ੍ਰੋਟੋਕੋਲ ਐਨਾਲਾਈਸਿਸ ਟੈਕਨੀਕ। ਇਹ ਯੂਜ਼ ਕਿਵੇਂ ਕੀਤੀ ਜਾਂਦੀ ਹੈ? ਟਰਾਂਸਕ੍ਰਿਪਟ ਆਫ ਇੰਟਰਵਿਊਜ਼ ਔਰ ਅਦਰ ਟੈਕਸਟ ਬੇਸਡ ਇਨਫੋਰਮੇਸ਼ਨ।
ट्रांसक्रिप्ट ऑफ इंटरव्यूज़ होंदी है कि जी औरल इंटरव्यू होंगी ਉਹਦਾ पूरा रिटन डॉक्यूमेंट होना। मान लो अपनी औरल इंटरव्यू हो रही है किसी कंपनी ਦੇ ਵਿੱਚ ਤਾਂ ਕੀ ਹੈ ਉਹ ਆਪਣੀ ਇੰਟਰਵਿਊ ਨੂੰ ਪ੍ਰੋਪਰ ਇੱਕ ਡਾਕੂਮੈਂਟ ਦੇ ਵਿੱਚ ਤਿਆਰ ਕਰਨਗੇ ਕਿ ਇਹ ਤੋਂ ਇਹ ਕੁਐਸਚਨ ਪੁੱਛਿਆ ਗਿਆ, ਇਹਦਾ ਇਹ ਆਨਸਰ ਆਇਆ, ਇਹ ਕੁਐਸਚਨ ਪੁੱਛਿਆ ਗਿਆ। ਤਾਂ ਉਹਦੇ ਕੀ ਹੈ ਇੱਕ ਰਿਟਨ ਪ੍ਰੂਫ ਹੁੰਦਾ ਔਰਲ ਇੰਟਰਵਿਊ ਦਾ, ਉਹਨੂੰ ਆਪਾਂ ਟਰਾਂਸਕ੍ਰਿਪਟ ਆਫ ਨੌਲੇਜ ਇੰਟਰਵਿਊ ਕਹਿੰਦੇ ਹਾਂ। ਉਸ ਤੋਂ ਆਪਾਂ ਕੋਈ ਇਨਫੋਰਮੇਸ਼ਨ ਗੇਨ ਕਰਨੀ ਜਾਂ ਕੋਈ ਆਪਣੇ ਕੋਲ ਹੋਰ ਟੈਕਸਟ ਬੇਸਡ ਇਨਫੋਰਮੇਸ਼ਨ ਪਹਿਲਾਂ ਤੋਂ ਆਪਣੇ ਕੋਲ ਕੋਈ ਡਾਕੂਮੈਂਟ ਵਗੈਰਾ ਹੈਗੇ ਆ ਉਹਨਾਂ ਤੋਂ ਇਨਫੋਰਮੇਸ਼ਨ ਹੈ ਜਿਹੜੀ ਗੇਨ ਕਰਨੀ। ਇਹਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਗੇਨ ਕਰ ਸਕਦੇ ਹਾਂ। ਮੰਨ ਲਓ ਆਪਣੇ ਕੋਲ 10-15 ਇੰਪਲੋਈਜ਼ ਹੈ ਤਾਂ ਆਪਾਂ ਉਹਨਾਂ ਦੀ ਇੰਟਰਵਿਊ ਜਿਹੜੀ ਟਰਾਂਸਕ੍ਰਿਪਟ ਹੋ ਗਈ ਇੰਟਰਵਿਊ ਦੀ, ਉਹ ਤੋਂ ਆਪਾਂ ਕੀ ਉਹਨਾਂ ਦੇ ਗੋਲਸ ਦੇਖ ਸਕਦੇ ਹਾਂ ਕਿ ਨੌਲੇਜ ਹੈ ਨਾ, ਨੌਲੇਜ ਲਈ ਕਿ ਇਹਨਾਂ ਦੇ ਗੋਲਸ ਕੀ ਮਿੱਥੇ ਹੋਏ, ਇਹਨਾਂ ਦੇ ਕੀ ਕੀ ਡਿਸੀਜ਼ਨ ਸੀਗੇ, ਕੀ ਰਿਲੇਸ਼ਨਸ਼ਿਪ ਐਟਰੀਬਿਊਟ ਵਗੈਰਾ ਨੌਲੇਜ ਦੇ ਵਿੱਚ ਆਪਸ ਵਿੱਚ ਆਪਾਂ ਉਹ ਕੀ ਹੈ ਡਾਕੂਮੈਂਟਸ ਤੋਂ ਆਪਾਂ ਦੇਖ ਸਕਦੇ ਹਾਂ। ਨੈਕਸਟ ਆ ਗਿਆ ਹਾਇਰਾਰਕੀ ਜਨਰੇਸ਼ਨ ਟੈਕਨੀਕ। ਹਾਇਰਾਰਕੀ ਨੂੰ ਕਿਵੇਂ ਆਪਾਂ ਕਹਿ ਸਕਦੇ ਹਾਂ, ਸੱਚ ਐਜ਼ ਲੈਡਰਿੰਗ ਆਰ ਯੂਜ਼ਡ ਟੂ ਬਿਲਡ ਟੈਕਸਨੋਮੀਜ਼ ਔਰ ਅਦਰ ਹਾਇਰਾਰਕਲ ਸਟਰਕਚਰ। ਲੈਡਰਿੰਗ ਹੁੰਦਾ ਕਿ ਇੱਕ ਪੌੜੀ, ਜਿਵੇਂ ਪੌੜੀ ਦੇ ਵਿੱਚ ਦੇਖੋ ਫਸਟ ਸਟੈਪ, ਸੈਕਿੰਡ, ਥਰਡ, ਫੋਰਥ, ਫਿਫਥ। ਹਾਇਰਾਰਕੀ ਦੇ ਵਿੱਚ ਵੀ ਇਹ ਹੁੰਦਾ ਟਰੀ ਹੁੰਦਾ, ਫਸਟ ਲੈਵਲ, ਸੈਕਿੰਡ ਲੈਵਲ, ਥਰਡ ਲੈਵਲ, ਫੋਰਥ ਲੈਵਲ, ਫਿਫਥ ਲੈਵਲ। ਤਾਂ ਪੌੜੀ ਦੀ ਤਰ੍ਹਾਂ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਨੌਲੇਜ ਨੂੰ ਇੱਕ ਟਰੀ ਸਟਰਕਚਰ ਦੇ ਵਿੱਚ ਜਿਹੜੀ ਨੌਲੇਜ ਟਰੀ ਸਟਰਕਚਰ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੋਊਗੀ, ਉਸ ਤੋਂ ਕੀ ਆਪਾਂ ਨਵੀਂ ਨੌਲੇਜ ਹੈ ਜਿਹੜੀ ਐਕਵਾਇਰ ਕਰਾਂਗੇ। ਮੈਟ੍ਰਿਕਸ ਬੇਸਡ ਟੈਕਨੀਕਸ ਕਿ ਨੌਲੇਜ ਜਿਹੜੀ ਮੈਟ੍ਰਿਕਸ ਬੇਸਡ ਹੋਊਗੀ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਗ੍ਰਿਡਸ ਹੋਣਗੇ ਤਾਂ ਪ੍ਰੋਬਲਮ ਨੂੰ ਕੀ ਹੈ ਸੋਲਿਊਸ਼ਨ ਫਾਈਂਡ ਆਊਟ ਕਰ ਲਈ ਆਪਾਂ ਨੂੰ ਕਿ ਗ੍ਰਿਡਸ ਦੇ ਵਿੱਚੋਂ ਜਿਹੜੀ ਨੌਲੇਜ ਹੈ ਉਹਨੂੰ ਮਤਲਬ ਅਵੇਲੇਬਲ ਕਰਨਾ ਪਾਉਣਾ ਪਊਗਾ ਗ੍ਰਿਡ ਦੇ ਵਿੱਚ। ਅਤੇ ਉਹ ਤੋਂ ਕੀ ਆਪਾਂ ਨੇ ਆਪਦਾ ਉਹਦੇ ਪ੍ਰੋਬਲਮ ਲਈ ਕੋਈ ਨਾ ਕੋਈ ਡਿਸੀਜ਼ਨ ਤਿਆਰ ਕਰਾਂਗੇ। ਸੋਰਟਿੰਗ ਟੈਕਨੀਕ। ਸੋਰਟਿੰਗ ਟੈਕਨੀਕ ਦੇ ਵਿੱਚ ਕੀ ਹੈ ਯੂਜ਼ਡ ਫॉर ਕੈਪਚਰਿੰਗ ਦਾ ਵੇ ਪੀਪਲ ਕੰਪੇਅਰ ਐਂਡ ਅਦਰ ਆਰਡਰ ਕਨਸੈਪਟ। ਕਿ ਆਪਣੇ ਕੋਲ ਕਾਫੀ ਸਾਰੀ ਨੌਲੇਜ ਹੈਗੀ ਹੈ ਮੰਨ ਲਓ ਆਪਣੇ ਡੇਟਾਬੇਸ ਦੇ ਵਿੱਚ, ਠੀਕ ਹੈ। ਸੋਰਟਿੰਗ ਟੈਕਨੀਕ ਦੇ ਵਿੱਚ ਕੀ ਆਪਾਂ ਸੋਰਟ ਕਰਾਂਗੇ ਨੌਲੇਜ ਨੂੰ, ਜਿੰਨੀ ਕੁ ਨੌਲੇਜ ਆਪਾਂ ਨੂੰ ਚਾਹੀਦੀ ਹੈ ਆਪਾਂ ਫਿਲਟਰਸ ਦੇ ਅਕੋਰਡਿੰਗ ਉਨੀ ਕੁ ਨੌਲੇਜ ਲਵਾਂਗੇ। ਕਿ ਸਾਨੂੰ ਮੰਨ ਲਓ ਆਪਣੇ ਕੋਲ ਆਪਣੇ ਕਾਲਜ ਦਾ ਲਗਾ ਲਓ, ਕਾਲਜ ਦੇ ਵਿੱਚ ਕੀ ਹੈ ਸਾਰੇ ਸਟੂਡੈਂਟਸ ਦੀ ਆਪਣੇ ਕੋਲ ਨੌਲੇਜ ਹੈ, ਆਪਾਂ ਸਾਰੇ ਸਟੂਡੈਂਟਸ ਦਾ ਡੇਟਾਬੇਸ ਤਿਆਰ ਕੀਤਾ। ਆਪਾਂ ਨੂੰ ਸਿਰਫ BCA ਜਾਂ ਆਪਾਂ ਕਹਿ ਦਈਏ ਕੰਪਿਊਟਰ ਡਿਪਾਰਟਮੈਂਟ ਦੇ ਹੈ ਨਾ ਬੱਚਿਆਂ ਦਾ ਡਾਟਾ ਚਾਹੀਦਾ, ਨੌਲੇਜ ਉਨੀ ਕੁ ਚਾਹੀਦੀ ਹੈ। ਤਾਂ ਆਪਾਂ ਕੀ ਹੈ ਪੂਰੀ ਨੌਲੇਜ ਦੇ ਵਿੱਚੋਂ ਸੋਰਟਿੰਗ ਲਗਾਵਾਂਗੇ ਕਿ ਸਾਨੂੰ ਸਿਰਫ ਕੰਪਿਊਟਰ ਡਿਪਾਰਟਮੈਂਟ ਦੇ ਹੈ ਨਾ ਡੇਟਾ ਚਾਹੀਦਾ ਜਾਂ, ਤਾਂ ਉਹ ਕੀ ਸੋਰਟਿੰਗ ਟੈਕਨੀਕ ਹੋ ਗਈ। ਲਿਮਿਟਿਡ ਇਨਫੋਰਮੇਸ਼ਨ ਐਂਡ ਕੰਸਟ੍ਰੇਨਡ ਪ੍ਰੋਸੈਸਿੰਗ ਟਾਸਕਸ ਆਰ ਟੈਕਨੀਕ ਦੈਟ ਆਈਦਰ ਲਿਮਿਟਡ ਇਨਫੋਰਮੇਸ਼ਨ ਕਿਵੇਂ ਹੋਊਗੀ ਕਿ ਜਿਹੜਾ ਇਹ ਆਪਾਂ ਨੂੰ ਮੰਨ ਲਓ ਐਕਸਪਰਟ ਸਿਸਟਮ ਲਈ ਆਪਣੇ ਕੰਮ ਕਰ ਰਹੇ ਆ, ਉਹਨਾਂ ਨੂੰ ਇੱਕ ਲਿਮਿਟ ਦਿੱਤੀ ਜਾਊਗੀ ਜਾਂ ਤਾਂ ਉਹਨਾਂ ਨੂੰ ਟਾਈਮ ਦੇ ਅਕੋਰਡਿੰਗ ਲਿਮਿਟ ਦਿੱਤੀ ਜਾਊਗੀ ਕਿ ਤੁਸੀਂ 5 ਦਿਨਾਂ ਦੇ ਵਿੱਚ ਮੰਨ ਲਓ ਹੈ ਨਾ ਇਨਫੋਰਮੇਸ਼ਨ ਗੇਨ ਕਰਨੀ ਹੈ ਤਾਂ ਇੰਨੀ 5 ਦਿਨਾਂ ਦੇ ਵਿੱਚ ਉਹਨਾਂ ਕੋਲ ਨੌਲੇਜ ਆਪਣੇ ਕੋਲ ਇੱਕ ਮਿਲ ਗਈ ਉਹਨਾਂ ਨੂੰ, ਤਾਂ ਉਹਨੂੰ ਆਪਾਂ ਕੀ ਹੈ ਲਿਮਿਟਡ ਇਨਫੋਰਮੇਸ਼ਨ ਬੋਲਾਂਗੇ। ਜਾਂ ਕੀ ਲਿਮਿਟ ਉਹਨਾਂ ਨੂੰ ਕੀ ਤੇ ਇਨਫੋਰਮੇਸ਼ਨ ਦੀ ਲਿਮਿਟ ਦਿੱਤੀ ਜਾਊਗੀ ਕਿ ਮੰਨ ਲਓ ਤੁਸੀਂ ਕਿਸੇ ਇਨਸਾਨ ਤੋਂ 20 ਕੁਐਸਚਨ ਪੁੱਟ ਕਰਨੇ, ਉਸ ਤੋਂ ਜ਼ਿਆਦਾ ਤੁਸੀਂ ਪੁੱਟ ਨਹੀਂ ਕਰ ਸਕਦੇ, ਇੱਕ ਲਿਮਿਟ ਹੋਊਗੀ ਜਾਂ ਤਾਂ ਟਾਈਮ ਦੀ ਲਿਮਿਟ ਹੋਊਗੀ ਨਹੀਂ ਤਾਂ ਕੀ ਇਨਫੋਰਮੇਸ਼ਨ ਦੀ ਲਿਮਿਟ ਹੋਊਗੀ। ਡਾਇਗਰਾਮ ਬੇਸਡ ਟੈਕਨੀਕਸ। ਜਿਹੜੀ ਨੌਲੇਜ ਡਾਇਗਰਾਮਸ ਤੋਂ ਕੋਈ ਮੈਪ ਹੈ, ਕੋਈ ਡਾਇਗਰਾਮ ਹੈ, ਕੋਈ ਆਪਣਾ ਫਲੋ ਚਾਰਟ ਕਹਿ ਦਈਏ ਆਪਾਂ, ਉਹਨਾਂ ਤੋਂ ਜਿਹੜੀ ਨੌਲੇਜ ਐਕਵਾਇਰ ਕੀਤੀ ਜਾਂਦੀ ਹੈ ਉਹਨੂੰ ਕੀ ਆਪਾਂ ਡਾਇਗਰਾਮ ਬੇਸਡ ਟੈਕਨੀਕ ਬੋਲਦੇ ਹਾਂ। ਫਿਰ ਆ ਗਿਆ ਕੰਪੈਰੀਜ਼ਨ ਆਫ ਨੌਲੇਜ ਐਕੁਇਜ਼ੀਸ਼ਨ ਟੈਕਨੀਕ। ਕੰਪੈਰੀਜ਼ਨ ਦੇ ਵਿੱਚ ਕੀ ਆਪਾਂ ਨੂੰ ਸਿਰਫ ਇਹ ਡਾਇਗਰਾਮ ਹੀ ਦਿੱਤਾ ਹੋਇਆ ਅਤੇ ਆਪਾਂ ਇਹੀ ਕਰਨਾ ਕਿ ਆਪਾਂ ਕੀ ਹੈ ਪ੍ਰੋਸੈਸ ਕਨਸੈਪਟ ਨੌਲੇਜ ਲਿਆ ਹੈ ਨਾ, ਨੌਲੇਜ ਗੇਨ ਕੀਤੀ ਤਾਂ ਉਹ ਪ੍ਰੋਸੈਸ ਹੋਈ। ਐਕਸਪਲੀਸਿਟ ਨੌਲੇਜ ਹੁੰਦੀ ਹੈ, ਟੈਕਟ ਨੌਲੇਜ ਹੁੰਦੀ ਹੈ ਪੂਰੀ ਡਿਟੇਲ ਦੇ ਵਿੱਚ। ਐਕਸਪਲੀਸਿਟ ਹੁੰਦੀ ਹੈ ਕਿ ਸਿਰਫ ਆਪਾਂ ਨੂੰ ਪੁਆਇੰਟ ਟੂ ਪੁਆਇੰਟ ਪਤਾ, ਤਾਂ ਆਪਾਂ ਪੁਆਇੰਟ ਟੂ ਪੁਆਇੰਟ ਤੋਂ ਕੀ ਹੈ ਪੂਰੀ ਡਿਟੇਲ ਨੌਲੇਜ ਦੇ ਵਿੱਚ ਜਾਣਾ ਹੈਗਾ। ਇੰਟਰਵਿਊਜ਼ ਹੋਣਗੀਆਂ, ਪ੍ਰੋਸੈਸ ਮੈਪਿੰਗ ਹੋ, ਲੈਡਰਿੰਗ ਹੋ, ਕਨਸੈਪਟ ਮੈਪਿੰਗ ਹੋ, ਗ੍ਰਿਡਸ ਤਿਆਰ ਕੀਤੇ ਜਾਣਗੇ, ਕਾਰਡ ਸੋਰਟਿੰਗ ਹੋਊਗੀ। ਇਹ ਕੀ ਆਪਣਾ ਕੰਪੈਰੀਜ਼ਨ ਹੈ ਕਿ ਜਿਵੇਂ ਜਿਵੇਂ ਆਪਾਂ ਨੂੰ ਨੌਲੇਜ ਮਿਲਦੀ ਆਪਾਂ ਉਹ ਵਿੱਚ ਲਿਖਾਂਗੇ ਅਤੇ ਫਿਰ ਕੀ ਆਪਾਂ ਐਕਸਪਲਿਸਿਟ ਨੌਲੇਜ ਤੋਂ ਜਿਹੜਾ ਟੈਕਟ ਨੌਲੇਜ ਦੇ ਵੱਲ ਮੂਵ ਕਰਾਂਗੇ, ਪੂਰੀ ਡਿਟੇਲ ਦੇ ਵਿੱਚ ਚੱਲਾਂਗੇ। ਫਿਰ ਕੀ ਆਪਣੇ ਕੋਲ ਜਿਹੜੀਆਂ ਆਪਣੇ ਕੋਲ ਟੈਕਨੀਕਸ ਆ ਉਹਨਾਂ ਦਾ ਕਹਿੰਦੇ ਆਪਾਂ ਯੂਜ਼ ਕਿਵੇਂ ਕਰਨਾ। ਪੁਆਇੰਟ ਆਇਆ ਕਿ ਜਿਹੜੀਆਂ ਆਪਾਂ ਟੈਕਨੀਕਸ ਯੂਜ਼ ਕੀਤੀਆਂ ਕਿ ਪ੍ਰੋਟੋਕੋਲ ਬੇਸਡ ਟੈਕਨੀਕ ਹੈ ਇਹ ਵਾਲੀ ਹੈ, ਉਹਨਾਂ ਨੂੰ ਆਪਾਂ ਯੂਜ਼ ਕਿਵੇਂ ਕਰਨਾ ਤਾਂ ਉਹਨਾਂ ਦੀ ਦੇਖੋ ਡਿਟੇਲ। ਤਾਂ ਸਭ ਤੋਂ ਪਹਿਲਾਂ ਕੀ ਆਪਾਂ ਇੱਕ
ਇਨੀਸ਼ੀਅਲ ਦੇ ਵਿੱਚ ਇੰਟਰਵਿਊ ਕਰਾਂਗੇ ਐਕਸਪਰਟ ਦੇ ਨਾਲ ਕੰਡਕਟ, ਕੋਈ ਆਪਣਾ ਐਕਸਪਰਟ ਮਿਲੇ ਆਪਾਂ ਉਹਦੇ ਨਾਲ ਇੰਟਰਵਿਊ ਕਰਾਂਗੇ। ਤਾਂ ਪਹਿਲਾਂ ਆਪਣਾ ਕੀ ਹੈ ਸਕੋਪ ਹੋਊਗਾ ਕਿ ਆਪਾਂ ਕਿਹੜੀ ਨੌਲੇਜ ਅਕਵਾਇਰ ਕਰਨੀ, ਕਿ ਆਪਾਂ ਕਿਸ ਬੇਸ 'ਤੇ ਉਹਦੇ ਨਾਲ ਜਿਹੜੀ ਹੈਗੀ ਇੰਟਰਵਿਊ ਦੇ ਵਿੱਚ ਕੁਐਸਚਨ ਰਾਈਜ਼ ਕਰਨੇ ਆ। ਫਿਰ ਆਪਣਾ ਪਰਪਸ ਕੀ ਹੈ ਨੌਲੇਜ ਗੇਨ ਕਰਨ ਦਾ, ਆਪਾਂ ਕੋਈ ਡਿਸੀਜ਼ਨ ਲੈਣਾ ਜਾਂ ਆਪਾਂ ਨੂੰ ਵੈਸੇ ਹੀ ਨੌਲੇਜ ਕੋਈ ਆਪਣੇ ਸਿਸਟਮ ਲਈ ਚਾਹੀਦੀ ਹੈ ਜਾਂ ਆਪਾਂ ਜੈਨੂਅਨਲੀ ਨੌਲੇਜ ਗੇਨ ਕਰਨਾ ਚਾਹੁੰਦੇ ਹਾਂ। ਫਿਰ ਕੀ ਆਪਾਂ ਉਹ ਤੋਂ ਕੁਛ ਕੁ ਕੀ ਟਰਮੀਨੋਲੋਜੀਜ਼ ਹੈ ਜਿਹੜੀਆਂ ਅੰਡਰਸਟੈਂਡ ਕਰਾਂਗੇ। ਫਿਰ ਆਪਾਂ ਐਕਸਪਰਟ ਦੇ ਨਾਲ ਕੀ ਹੈ ਇੱਕ ਰਿਪੋਰਟ ਤਿਆਰ ਕਰਾਂਗੇ, ਉਹਦੇ ਜਿਹੜੀ ਆਪਾਂ ਨੌਲੇਜ ਗੇਨ ਕੀਤੀ ਉਹਦੇ ਬਾਰੇ ਇੱਕ ਰਿਪੋਰਟ ਐਕਸਪਰਟ ਦੇ ਨਾਲ ਮਿਲ ਕੇ ਤਿਆਰ ਕੀਤੀ ਜਾਊਗੀ। ਫਿਰ ਕੀ ਜਿਹੜੀ ਇਨੀਸ਼ੀਅਲ ਇੰਟਰਵਿਊ ਦੇ ਵਿੱਚ ਨੌਲੇਜ ਲਈ ਗਈ ਹੈ ਸੈਕਿੰਡ ਸਟੈਪ ਦੇ ਵਿੱਚ ਹੈ ਨਾ, ਉਦੋਂ ਕੀ ਇੱਕ ਰਿਜ਼ਲਟਿੰਗ ਪ੍ਰੋਟੋਕੋਲ ਐਨਾਲਾਈਜ਼ ਕੀਤਾ ਜਾਊਗਾ, ਉਹਦੀ ਜਿੰਨੀ ਉਹਨਾਂ ਨੂੰ ਆਪਾਂ ਨੂੰ ਮੰਨ ਲਓ ਕਿਸੇ ਐਕਸਪਰਟ ਦੀ ਆਪਾਂ ਇੰਟਰਵਿਊ ਲਈ ਉਹਦੇ ਵਿੱਚ ਜਿੰਨੀ ਨੌਲੇਜ ਮਿਲੀ ਉਹਦਾ ਆਪਾਂ ਇੱਕ ਰਿਜ਼ਲਟ ਪ੍ਰੋਟੋਕੋਲ ਤਿਆਰ ਕਰਾਂਗੇ, ਉਹਨੂੰ ਐਨਾਲਾਈਜ਼ ਕਰਾਂਗੇ ਕਿ ਜਿਹੜੀ ਨੌਲੇਜ ਆਪਾਂ ਨੂੰ ਚਾਹੀਦੀ ਹੈ ਕਿਸ ਵੇ ਦੇ ਵਿੱਚ ਚਾਹੀਦੀ ਹੈ, ਉਹ ਸਾਰਾ ਕੀ ਆਪਾਂ ਇੱਕ ਰਿਜ਼ਲਟਿੰਗ ਪ੍ਰੋਟੋਕੋਲ ਤਿਆਰ ਕਰਾਂਗੇ। ਫਿਰ ਕੀ ਆਪਾਂ ਸੈਮੀ ਸਟਰਕਚਰਡ ਇੰਟਰਵਿਊ ਕਰਾਂਗੇ ਐਕਸਪਰਟ ਦੇ ਨਾਲ। ਪਹਿਲਾਂ ਆਪਾਂ ਸਿੰਪਲੀ ਕੀਤੀ, ਫਿਰ ਸੈਮੀ ਸਟਰਕਚਰ ਕਰਾਂਗੇ। ਸੈਮੀ ਸਟਰਕਚਰ ਦੇ ਵਿੱਚ ਕੀ ਹੈ ਜਿਹੜੇ ਕੁਐਸਚਨ ਕੁਛ ਕੁ ਕੁਐਸਚਨ ਹੈ ਪਹਿਲਾਂ ਤੋਂ ਪਲੈਨਡ ਹੋਣਗੇ, ਉਹਨਾਂ ਦਾ ਪਹਿਲਾਂ ਤੋਂ ਸਟਰਕਚਰ ਫਿਕਸ ਹੋਊਗਾ ਕਿ ਆਪਾਂ ਕਿਸ ਗੱਲਾਂ 'ਤੇ ਫੋਕਸ ਕਰਨਾ। ਕੁਛ ਕੁ ਕੁਐਸਚਨ ਕੀ ਐਟ ਏ ਟਾਈਮ ਰਾਈਜ਼ ਕੀਤੇ ਜਾਣਗੇ। ਫਿਰ ਕੀ ਹੈ ਸੈਮੀ ਸਟਰਕਚਰਡ ਦੇ ਜਿਹੜਾ ਪ੍ਰੋਟੋਕੋਲ ਹੋਊਗਾ ਆਪਾਂ ਉਹਨੂੰ ਹੈ ਜਿਹੜਾ ਐਨਾਲਾਈਜ਼ ਕਰਕੇ ਕੀ ਹੈ ਆਪਾਂ ਸਟੋਰ ਕਰਾਂਗੇ, ਅਤੇ ਜਿਹੜੇ ਕਨਸੈਪਟ ਐਟਰੀਬਿਊਟ ਮਿਲਣਗੀਆਂ ਰਿਲੇਸ਼ਨਸ਼ਿਪ ਮਿਲੂ ਆਪਾਂ ਉਹ ਸਾਰਾ ਕੀ ਸਟੋਰ ਕਰਵਾਵਾਂਗੇ। ਫਿਰ ਆਪਾਂ ਕੀ ਹੈ ਰੀਪ੍ਰਜੈਂਟੇਸ਼ਨ ਕਰਵਾਵਾਂਗੇ ਨੌਲੇਜ ਦੀ, ਨੌਲੇਜ ਨੂੰ ਸਟੋਰ ਕਰਵਾਵਾਂਗੇ ਐਪਰੋਪ੍ਰਾਈਟ ਮੋਡਲ ਦੇ ਵਿੱਚ, ਜਿਹੜੇ ਵਿੱਚ ਨੌਲੇਜ ਮਤਲਬ ਕੋਈ ਨੌਲੇਜ ਜਿਹੜੀ ਮਿਲੀ ਆ ਉਹਨੂੰ ਆਪਾਂ ਟੈਕਸਟ ਦੇ ਵਿੱਚ ਲਿਖਣਾ, ਡਾਇਗਰਾਮ ਲਿਖਣਾ, ਕੋਈ ਆਪਾਂ ਹਾਈਪਰ ਟੈਕਸਟ ਉਹ ਤੋਂ ਬਣਾਉਣੇ ਜਾਂ ਗ੍ਰਿਡ ਦੇ ਵਿੱਚ ਉਹਨੂੰ ਸਟੋਰ ਕਰਵਾਉਣਾ, ਤਾਂ ਆਪਾਂ ਉਹਦੀ ਰੀਪ੍ਰਜੈਂਟੇਸ਼ਨ ਨੌਲੇਜ ਦੀ ਕਰਾਂਗੇ। ਫਿਰ ਜਿਹੜੀ ਹੈਗੀ ਹੈ ਰਿਜ਼ਲਟਿੰਗ ਨੌਲੇਜ ਆਪਾਂ ਉਹਨੂੰ ਯੂਜ਼ ਕਰਾਂਗੇ। ਨੈਕਸਟ ਹੈ ਕਿ ਰਿਪੀਟ ਦਾ ਐਨਾਲਾਈਸਿਸ, ਆਪਾਂ ਜਿਹੜਾ ਐਨਾਲਾਈਜ਼ ਰਿਪੀਟ ਕਰਾਂਗੇ ਕਿ ਜਿਹੜਾ ਮਤਲਬ ਆਪਣੀ ਨੌਲੇਜ ਗੇਨ ਹੋਈ ਹੈ ਉਹਨੂੰ ਉਹਦਾ ਰਿਜ਼ਲਟ ਐਨਾਲਾਈਜ਼ ਕਰਾਂਗੇ ਕਿ ਜਿਹੜਾ ਪ੍ਰੋਬਲਮ ਲਈ ਆਪਾਂ ਉਹ ਨੌਲੇਜ ਯੂਜ਼ ਕੀਤੀ ਸੀ ਉਹ ਪ੍ਰੋਬਲਮ ਸੋਲਵ ਹੋ ਰਹੀ ਹੈ ਕਿ ਨਹੀਂ। ਐਂਡ ਸੈਕਿੰਡ ਕਿ ਜਿਹੜਾ ਐਕਸਪਰਟ ਹੈ ਅਤੇ ਨੌਲੇਜ ਇੰਜੀਨੀਅਰ ਹੈ, ਜਿਹੜਾ ਐਕਸਪਰਟ ਦੀ ਆਪਾਂ ਇੰਟਰਵਿਊ ਲੈ ਰਹੇ ਹਾਂ ਉਹ, ਅਤੇ ਜਿਹੜਾ ਇੰਟਰਵਿਊ ਲੈ ਰਹੇ ਇੰਜੀਨੀਅਰ ਉਹ, ਕਿ ਉਹ ਦੋਨੋਂ ਹੈਪੀ ਹੈ ਕਿ ਉਹਨਾਂ ਨੂੰ ਰਿਅਲਾਈਜ਼ ਹੋ ਰਿਹਾ ਕਿ ਜਿਹੜੇ ਕੰਮ ਲਈ ਨੌਲੇਜ ਗੇਨ ਕੀਤੀ ਜਾ ਰਹੀ ਹੈ ਉਹ ਕੰਮ ਆਪਣਾ ਐਕਚੁਅਲ ਦੇ ਵਿੱਚ ਹੋ ਰਿਹਾ। ਫਿਰ ਕੀ ਹੈ ਵੈਲੀਡੇਟ ਦਾ ਨੌਲੇਜ ਅਕਵਾਇਰਡ ਵਿਦ ਐਕਸਪਰਟ ਐਂਡ ਮੇਕ ਮੋਡੀਫਿਕੇਸ਼ਨ ਵੇਅਰ ਨੈਸੈਸਰੀ। ਫਿਰ ਕੀ ਆਪਾਂ ਵੈਲੀਡੇਟ ਕਰਾਂਗੇ ਕਿ ਐਕਸਪਰਟ ਦੇ ਨਾਲ ਮਿਲ ਕੇ, ਵੈਲੀਡੇਟ ਮੀਨਸ ਕਿ ਦੇਖਣਾ ਕਿ ਜਿਹੜੀ ਨੌਲੇਜ ਉਹ ਵੈਲਿਡ ਹੈ ਜਾਂ ਨਹੀਂ। ਵੈਲੀਡੇਟ ਕਰਕੇ ਤਾਂ ਉਹਦੇ ਵਿੱਚ ਜਿੱਥੇ ਜਿੱਥੇ ਲੋੜ ਹੋਈ ਆਪਾਂ ਉਹਨੂੰ ਮੋਡੀਫਿਕੇਸ਼ਨ ਕਰਨ ਦੀ, ਨੌਲੇਜ ਦੇ ਵਿੱਚ ਆਪਾਂ ਕੀ ਮੋਡੀਫਿਕੇਸ਼ਨਸ ਕਰਾਂਗੇ। ਗਾਈਡਲਾਈਨਸ ਫॉर ਨੌਲੇਜ ਐਕੁਜੀਸ਼ਨ, ਕੀ ਗਾਈਡਲਾਈਨਸ ਹੋਣੀ ਚਾਹੀਦੀਆਂ। ਪ੍ਰੋਸੈਸ ਦਾ ਮਟੀਰੀਅਲ ਸਿਮੈਂਟਿਕਲੀ, ਇਹਦੇ ਵਿੱਚ ਕੀ ਹੈ ਕਿ ਵੈਨ ਦਾ ਲਰਨਰ ਫੋਕਸ ਔਨ ਦਾ ਮੀਨਿੰਗ ਆਫ ਫॉर ਅ ਨਿਊ ਮਟੀਰੀਅਲ, ਕਿ ਜਿਹੜਾ ਲਰਨਰ ਹੈ ਜਿਹੜਾ ਆਪਾਂ ਲੋਕ ਕਹਿ ਰਹੇ ਹਾਂ ਨੌਲੇਜ ਗੇਨ ਕਰ ਰਿਹਾ, ਉਹਦਾ ਕੀ ਹੈ ਫੋਕਸ ਮੇਨ ਪੁਆਇੰਟ 'ਤੇ ਹੋਣਾ ਚਾਹੀਦਾ ਕਿ ਕਿੱਥੋਂ ਮਟੀਰੀਅਲ ਮਿਲੂਗਾ, ਨਵੇਂ ਮਟੀਰੀਅਲ 'ਤੇ ਉਹਦਾ ਜਿਹੜਾ ਫੋਕਸ ਹੈ ਉਹ ਹੋਣਾ ਚਾਹੀਦਾ। ਪ੍ਰੋਸੈਸ ਐਂਡ ਰਿਟਰੀਵ ਇਨਫੋਰਮੇਸ਼ਨ ਫਰੀਕੁਐਂਟਲੀ, ਕਿ ਜਿਹੜੀ ਆਪਾਂ ਨੂੰ ਨੌਲੇਜ ਮਿਲ ਰਹੀ ਹੈ ਉਹਨੂੰ ਕੀ ਹੈ ਉਸੇ ਟਾਈਮ 'ਤੇ ਰਿਟਰੀਵ ਗੇਨ ਕਰਨਾ ਚਾਹੀਦਾ ਅਤੇ ਪ੍ਰੋਸੈਸ ਕਰਨਾ ਚਾਹੀਦਾ ਨਾਲ ਦੀ ਨਾਲ, ਕਿ ਜਿਹੜੀ ਨੌਲੇਜ ਹੈ ਉਹਨੂੰ ਪ੍ਰੋਸੈਸ ਦਾ ਮਤਲਬ ਆਪਾਂ ਕਹਿ ਲਓ ਕਿ ਸਟੋਰ ਕਰਵਾਉਣਾ, ਉਹਦੀ ਡਾਕੂਮੈਂਟੇਸ਼ਨ ਕਰਨੀ, ਉਹਦਾ ਕੀ ਇੱਕ ਰਿਟਨ ਪ੍ਰੂਫ ਹੋਣਾ ਚਾਹੀਦਾ ਉਸ ਟਾਈਮ 'ਤੇ, ਅਤੇ ਉਹਦੀ ਵੈਲੀਡੇਸ਼ਨ ਵੀ ਨਾਲ ਦੀ ਨਾਲ ਚੈੱਕ ਕਰਨੀ ਚਾਹੀਦੀ ਹੈ। ਲਰਨਰ ਐਂਡ ਰਿਟਰੀਵਲ ਕੰਡੀਸ਼ਨਸ ਸ਼ੁੱਡ ਵੀ ਸਿਮੀਲਰ। ਲਰਨਰ ਮੀਨਸ ਕਿ ਜਿਹੜਾ ਮੰਨ ਲਓ ਕੋਈ ਐਕਸਪਰਟ ਦੀ ਆਪਾਂ ਇੰਟਰਵਿਊ ਲੈ ਰਹੇ ਹਾਂ, ਆਪਣੀਆਂ ਅਤੇ ਐਕਸਪਰਟ ਦੀਆਂ ਜਿਹੜੀਆਂ ਕੰਡੀਸ਼ਨਸ ਆ ਉਹ ਸਿਮੀਲਰ ਹੋਣੀਆਂ ਚਾਹੀਦੀਆਂ, ਕਿ ਮੰਨ ਲਓ ਜਿਸ ਟੋਪਿਕ ਬਾਰੇ ਆਪਾਂ ਨੂੰ ਨੌਲੇਜ ਚਾਹੀਦੀ ਹੈ, ਜਿਹੜਾ ਆਪਣਾ ਐਕਸਪਰਟ ਹੈਗਾ ਉਹ ਕੀ ਹੈ ਸੇਮ ਟੋਪਿਕ ਨੂੰ ਰਿਲੇਟ ਕਰਦਾ ਹੋਣਾ ਚਾਹੀਦਾ। ਕਨੈਕਟ ਨਿਊ ਇਨਫੋਰਮੇਸ਼ਨ ਟੂ ਪ੍ਰਾਇਰ ਨੌਲੇਜ, ਤਾਂ ਕੀ ਹੈ ਜਦੋਂ ਆਪਾਂ ਨੂੰ ਨੌਲੇਜ ਇਜ਼ ਇੰਟਰਕਨੈਕਟਡ ਦੇਅਰ ਫੋਰ ਅ ਨਿਊ ਮਟੀਰੀਅਲ ਦੈਟ ਇਜ਼ ਲਿੰਕਡ ਪ੍ਰਾਇਰ ਵਿਲ ਵੀ ਬੈਟਰ ਰਿਟੇਨਡ, ਕਿ ਜਦੋਂ ਆਪਾਂ ਮੰਨ ਲਓ ਕਿਸੇ ਨਵੀਂ ਨੌਲੇਜ ਗੇਨ ਕਰ ਰਹੇ ਹਾਂ ਬਟ ਉਹ ਕੀ ਹੈ ਕਿਸੇ ਪੁਰਾਣੇ ਡਾਕੂਮੈਂਟ ਦੇ ਨਾਲ ਲਿੰਕ ਹੈਗੀ ਹੈ, ਤਾਂ ਉਹਨੂੰ ਕੀ ਹੈ ਅੰਡਰਸਟੈਂਡ ਕਰਨਾ, ਉਹਨੂੰ ਰਿਟਰੇਨ ਕਰਨਾ ਵਧੀਆ ਜ਼ਿਆਦਾ ਸੌਖਾ ਹੋ ਜਾਂਦਾ ਜਾਂ ਬੈਟਰ ਹੁੰਦਾ ਉਹਨੂੰ ਰਿਟਰੇਨ ਕਰਨਾ। ਤਾਂ ਜਿਹੜੀ ਨੌਲੇਜ ਆਪਣੀ ਨਿਊ ਨੌਲੇਜ ਹੈ ਅਗਰ ਉਹ ਪ੍ਰਾਇਰ ਨੌਲੇਜ ਜਿਹੜੀ ਆਪਣੇ ਕੋਲ ਪਹਿਲਾਂ ਤੋਂ ਸਟੋਰ ਆ ਉਹਦੇ ਨਾਲ ਲਿੰਕ ਹੈਗੀ ਤਾਂ ਆਪਣੇ ਲਈ ਜ਼ਿਆਦਾ ਵਧੀਆ ਇਹ ਬੈਨੀਫੀਸ਼ੀਅਲ ਹੋ ਜਾਂਦਾ ਪੁਆਇੰਟ। ਕ੍ਰੀਏਟ
Cognitive procedural knowledge is better retained and more easily accessed। procedural knowledge ਕਿਹੜੀ ਹੁੰਦੀ ਹੈ, ਤਿੰਨ ਟਾਈਪ ਦੀ ਆਪਾਂ ਨੌਲੇਜ ਕੀਤੀ ਸੀ ਪਹਿਲਾਂ। ਡਿਕਲੇਰੇਟਿਵ ਜਿਹੜੀ ਆਪਾਂ ਮੇਨਲੀ ਕਮਿਊਨੀਕੇਸ਼ਨ ਕਰਦੇ ਹਾਂ। ਪ੍ਰੋਸੀਜਰਲ ਹੁੰਦੀ ਹੈ ਜਿਹੜੀ ਆਪਾਂ ਨੂੰ ਕੀ ਹੈ ਸਟੈਪ ਟੂ ਸਟੈਪ ਆਪਾਂ ਨੌਲੇਜ ਯੂਜ਼ ਕਰਕੇ ਕੋਈ ਪ੍ਰੋਬਲਮ ਸੋਲਵ ਕਰਦੇ ਹਾਂ। ਅਤੇ ਇਹਨਾਂ ਨੇ ਕਿਹਾ ਪ੍ਰੋਸੀਜਰਲ ਨੌਲੇਜ ਨੂੰ ਜਿਹੜਾ ਰਿਟਰੇਨ ਕਰਨਾ ਜ਼ਿਆਦਾ ਈਜ਼ੀ ਹੁੰਦਾ, ਜ਼ਿਆਦਾ ਐਕਸੈਸ ਹੁੰਦਾ, ਕਿਉਂਕਿ ਉਹ ਸਟੈਪ ਟੂ ਸਟੈਪ ਆਪਾਂ ਉਹਨੂੰ ਗੇਨ ਕਰ ਸਕਦੇ ਹਾਂ ਅਤੇ ਸਟੈਪ ਟੂ ਸਟੈਪ ਹੀ ਆਪਾਂ ਨੂੰ ਕੀ ਹੈ ਯੂਜ਼ ਕਰ ਸਕਦੇ ਹਾਂ। ਨੈਕਸਟ ਆਪਣਾ ਆ ਗਿਆ ਲਰਨਿੰਗ ਇੱਕ ਟੋਪਿਕ। ਤਾਂ ਲਰਨਿੰਗ ਕਹਿੰਦੇ ਹੈਗਾ ਕੋਈ ਨਵੀਂ ਨੌਲੇਜ ਐਕਵਾਇਰਿੰਗ ਨਿਊ ਨੌਲੇਜ, ਕੋਈ ਬਿਹੇਵੀਅਰ, ਕੋਈ ਵੈਲਿਊ, ਕੋਈ ਆਪਾਂ ਚੀਜ਼ ਸਮਝਣੀ ਹੈ, ਕੋਈ ਨੌਲੇਜ ਨੂੰ ਨਵੀਂ ਨੌਲੇਜ ਨੂੰ ਗੇਨ ਕਰਨਾ, ਉਹਨੂੰ ਸਮਝਣਾ, ਉਹਦਾ ਇੱਕ ਤਰੀਕਾ ਹੈਗਾ। ਇਹਦੇ ਵਿੱਚ ਕੀ ਆਪਾਂ ਡਿਫਰੈਂਟ ਟਾਈਪਸ ਕਰਾਂਗੇ ਇਨਫੋਰਮੇਸ਼ਨ ਦੀਆਂ, ਡਿਫਰੈਂਟ ਟਾਈਪਸ ਹੈ ਜਿਹੜੀਆਂ ਗੇਨ ਕੀਤੀਆਂ ਜਾਣਗੀਆਂ। ਇੱਕ ਜਿਹੜਾ ਡਾਇਗਰਾਮ ਬਣਿਆ ਲਰਨਿੰਗ ਪੈਰਾਮਿਡ ਕਿ ਆਪਾਂ ਕਿਵੇਂ ਦੇਖੋ 10% ਕੀ ਆਪਾਂ ਰੀਡਿੰਗ ਕਰਕੇ ਲਰਨ ਕਰ ਸਕਦੇ ਹਾਂ। ਤਾਂ ਅੱਗੇ ਚੱਲ ਕੇ ਆਪਾਂ ਜਿਵੇਂ ਰੀਡਿੰਗ ਕਰਦੇ ਹਾਂ, ਮੈਮੋਰਾਈਜ਼ ਕਰਦੇ ਹਾਂ, ਡਿਸਕਸ਼ਨ ਕਰਦੇ ਹਾਂ 50% ਹੋ ਜਾਂਦਾ। ਪ੍ਰੈਕਟਿਸ ਡੂਇੰਗ ਆਪਾਂ ਕੋਈ ਚੀਜ਼ ਦੀ ਪ੍ਰੈਕਟਿਸ ਕਰਦੇ ਤਾਂ ਆਪਣੇ ਕੋਲ 75% ਉਸ ਟੋਪਿਕ ਬਾਰੇ ਲਰਨਿੰਗ ਹੋ ਜਾਂਦੀ ਆਪਾਂ ਨੂੰ। ਨੈਕਸਟ ਕੀ ਹੈ ਟੀਚ ਅਦਰ, ਕਿ ਜਦੋਂ ਆਪਾਂ ਕਿਸੇ ਨੂੰ ਟੀਚ ਕਰਦੇ ਹਾਂ ਤਾਂ ਆਪਾਂ ਨੂੰ ਉਸ ਟੋਪਿਕ ਬਾਰੇ ਕੀ 90% ਜਿਹੜੀ ਲਰਨਿੰਗ ਹੈ, ਜਿਹੜਾ 90% ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਯਾਦ ਹੋ ਸਕਦੀ ਹੈ, ਲਰਨ ਹੋ ਸਕਦੀ ਹੈ। ਇਹ ਮਤਲਬ ਕਿ ਟੀਚਿੰਗ ਦੇ ਵਿੱਚ ਆ ਕੇ ਵੀ ਆਪਾਂ ਕੀ ਸਿੱਖਦੇ ਰਹਿੰਦੇ ਹਾਂ। ਫਿਰ ਕੀ ਹੈ ਇਹਨਾਂ ਨੇ ਸਟ੍ਰੈਟਜੀਜ਼ ਦਿੱਤੀਆਂ। ਫਸਟ ਵਨ ਮਸਟ ਡਿਵੈਲਪ ਐਨ ਅਵੇਅਰਨੈਸ ਆਫ ਵਨਸ ਓਨ ਥੋਟ ਐਕਸਪਰਟ, ਕਿ ਸਭ ਤੋਂ ਪਹਿਲਾਂ ਤਾਂ ਕੀ ਜਿਹੜੇ ਆਪਣੇ ਵਿਚਾਰ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਐਕਸਪਰਟ ਹੋਣਾ ਚਾਹੀਦਾ, ਕਿ ਆਪਾਂ ਕੀ ਸੋਚਦੇ ਹਾਂ ਨਾ, ਆਪਣੀ ਥਿੰਕਿੰਗ ਦੇ ਬਾਰੇ ਆਪਾਂ ਨੂੰ ਐਕਸਪਰਟ ਹੋਣਾ ਚਾਹੀਦਾ। ਸੈਕਿੰਡ ਕੀ ਹੈ ਲਰਨਰ ਮਸਟ ਬੀ ਅਵੇਅਰ ਆਫ ਵੈਦਰ ਔਰ ਨੋਟ ਕੰਪਰੀਹੈਂਸ਼ਨ ਹੈਜ਼ ਬੀਨ ਸਕਸੈਸਫੁਲ। ਸੈਕਿੰਡ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਆਪਾਂ ਇਹ ਕੰਮ ਕਰ ਰਹੇ ਹਾਂ ਕਿ ਇਹ ਸਕਸੈਸਫੁਲ ਹੋਊਗਾ ਕਿ ਨਹੀਂ ਹੋਊਗਾ। ਪਹਿਲਾਂ ਆਪਣੀ ਆਪਦੀ ਸੋਚ 'ਤੇ ਪਕੜ ਹੋਣੀ ਚਾਹੀਦੀ ਹੈ, ਆਪਣੀ ਜਿਹੜੀ ਥਿੰਕਿੰਗ ਹੈ ਉਹਦੇ ਬਾਰੇ ਆਪਾਂ ਨੂੰ ਐਕਸਪਰਟ ਹੋਣਾ ਚਾਹੀਦਾ, ਅਵੇਅਰ ਹੋਣਾ ਚਾਹੀਦਾ ਕਿ ਆਪਾਂ ਕੀ ਸੋਚ ਰਹੇ ਹਾਂ, ਕਿਸੇ ਟੋਪਿਕ ਬਾਰੇ ਆਪਾਂ ਸੋਚ ਰਹੇ ਹਾਂ, ਅਵੇਅਰ ਹੋਣਾ ਚਾਹੀਦਾ। ਸੈਕਿੰਡ ਕੀ ਹੈ ਕਿ ਆਪਾਂ ਨੂੰ ਕੰਪਰੀਹੈਂਸ਼ਨ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਆਪਾਂ ਕਰ ਰਹੇ ਹਾਂ ਜਾਂ ਜਿਹੜਾ ਆਪਾਂ ਵਰਕ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਸਕਸੈਸਫੁਲ ਹੋਵਾਂਗੇ ਜਾਂ ਨਹੀਂ। ਥਰਡ ਕੀ ਹੈ ਸਭ ਤੋਂ ਮੋਸਟ ਇੰਪੋਰਟੈਂਟ ਸਟੇਟ ਆਫ ਮੈਟਾਕੋਗਨੀਟਿਵ ਪ੍ਰੋਸੈਸ ਇਜ਼ ਫਿਕਸਿੰਗ ਦਾ ਕੰਪਰੀਹੈਂਸ਼ਨ ਪ੍ਰੋਬਲਮ, ਕਿ ਜੇਕਰ ਆਪਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਜਿਹੜੀ ਆਪਣੀ ਨੌਲੇਜ ਹੈਗੀ ਹੈ, ਆਪਣੀ ਥਿੰਕਿੰਗ ਹੈ, ਪਲੱਸ ਜਿਹੜਾ ਆਪਾਂ ਐਕਸ਼ਨ ਪਰਫੋਰਮ ਕਰ ਰਹੇ ਹਾਂ, ਦੋਨਾਂ ਨੂੰ ਮਿਲਾ ਕੇ ਕੀ ਹੈ ਉਸ ਪ੍ਰੋਬਲਮ ਨੂੰ ਕੀ ਆਪਾਂ ਸੋਲਵ ਕਰਕੇ ਦਿਖਾਉਣਾ। ਨੈਕਸਟ ਜਰਨਲ ਲਰਨਿੰਗ ਮਾਡਲ ਇਹਨਾਂ ਨੇ ਆਇਆ ਆਪਾਂ ਨੂੰ। ਇਨਵਾਇਰਮੈਂਟ ਆਫ ਟੀਚਰ, ਉਹ ਤੋਂ ਵੀ ਕੀ ਆਪਾਂ ਲਰਨ ਕਰਦੇ ਹਾਂ ਟੀਚਰਸ ਤੋਂ। ਨੌਲੇਜ ਬੇਸ ਹੈ, ਕੋਈ ਕੰਪੋਨੈਂਟ ਪਰਫੋਰਮ ਕਰਦੇ ਹਾਂ ਆਪਾਂ। ਕੀ ਹੈ ਮੰਨ ਲਓ ਆਪਾਂ ਟੀਚਰ ਤੁਹਾਨੂੰ ਕੁਝ ਸਿਖਾ ਰਹੇ ਆ ਤਾਂ ਉਹ ਕੀ ਹੈ ਟਾਸਕ ਹੋ ਗਿਆ ਟੀਚਰ ਦਾ, ਤੁਸੀਂ ਵਾਪਸ ਕੀ ਹੈ ਉਹਨਾਂ ਨੂੰ ਰਿਪਲਾਈ ਕਰਦੇ ਹੋ ਹੈ ਨਾ, ਕਿ ਯੈਸ ਰਿਪਲਾਈ ਕਰਦੇ ਹੋ, ਕੋਈ ਕੁਐਸਚਨ ਰਾਈਜ਼ ਕਰਦੇ ਹੋ, ਕੀ ਤੁਹਾਡਾ ਰਿਸਪੋਂਸ ਹੋ ਜਾਂਦਾ। ਫੀਡਬੈਕ ਕੀ ਹੈ ਕਿ ਜਦੋਂ ਤੁਸੀਂ ਟੀਚਰ ਬਾਰੇ ਮਤਲਬ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਹੈ ਨਾ, ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ ਤਾਂ ਸਾਡਾ ਟਾਸਕ ਹੈ, ਤੁਸੀਂ ਅੱਗੋਂ ਰਿਸਪੋਂਸ ਕਰਦੇ ਹੋ ਕਿ ਹਾਂਜੀ ਠੀਕ ਹੈ ਜੀ ਸਮਝ ਆ ਗਿਆ ਜੀ ਹੈ ਨਾ, ਉਹ ਤੁਹਾਡਾ ਕੀ ਰਿਸਪੋਂਸ ਹੈ। ਫੀਡਬੈਕ ਕੀ ਹੈ ਜਦੋਂ ਤੁਹਾਨੂੰ ਕੋਈ ਟੀਚਰ ਬਾਰੇ ਪੁੱਛਦਾ ਕਿ ਹਾਂ ਤਾਂ ਤੁਸੀਂ ਫੀਡਬੈਕ ਦਿੰਦੇ ਹੋ ਆਪਣੀ ਕਿ ਹਾਂ ਟੀਚਰ ਵਧੀਆ ਜਾਂ ਨਹੀਂ ਹੈ ਨਾ, ਸਾਨੂੰ ਘੱਟ ਸਮਝ ਆਉਂਦਾ ਤਾਂ ਉਹ ਕੀ ਕਿਸੇ ਬਾਰੇ ਆਪਣੇ ਵਿਊਜ਼ ਦੇਣਾ, ਉਹ ਆਪਣੀ ਕੀ ਹੈ ਫੀਡਬੈਕ ਹੁੰਦੀ ਹੈ। ਇਹੀ ਡਾਇਗਰਾਮ ਨੂੰ ਤੁਸੀਂ ਅੱਗੇ ਐਕਸਪਲੇਨ ਕਰਨਾ ਕਿ ਲਰਨਿੰਗ ਮਾਡਲ ਦੇ ਵਿੱਚ ਕੀ ਹੈ ਪਹਿਲਾਂ ਜਦੋਂ ਤੁਹਾਨੂੰ ਇਨਪੁਟ ਦਿੱਤੀ ਜਾਂਦੀ ਟੀਚਰ ਵੱਲੋਂ, ਕੁਛ ਨਾ ਕੁਛ ਦੱਸਿਆ ਜਾਂਦਾ ਤਾਂ ਫਿਰ ਅੱਗੋਂ ਕੀ ਤੁਸੀਂ ਫੀਡਬੈਕ ਦਿੰਦੇ ਹੋ। ਇਨਪੁਟ ਕੀ ਹੈ input to the learner component may be physical stimuli of some type of descriptive। ਤਾਂ ਇਨਪੁਟ ਕੀ ਹੈ ਡਿਸਕ੍ਰਿਪਟਿਵ ਹੋ ਸਕਦੇ, ਡਿਸਕ੍ਰਿਪਟਿਵ ਕਿ ਕਾਮਨਲੀ ਆਪਾਂ ਕਮਿਊਨੀਕੇਟ ਕਰ ਰਹੇ ਹਾਂ ਉਹ ਡਿਸਕ੍ਰਿਪਟਿਵ ਨੌਲੇਜ ਹੋ ਗਈ। ਤਾਂ ਇਨਪੁਟ ਕੀ ਡਿਸਕ੍ਰਿਪਟਿਵ ਹੋ ਸਕਦੀ ਹੈ, ਸਿੰਬੋਲਿਕ ਹੋ ਸਕਦੀ ਹੈ, ਸਿੰਬਲਸ ਦੇ ਵਿੱਚ ਦੇ ਸਕਦੇ ਹਾਂ। ਤਾਂ ਇਨਪੁਟਸ ਕਿਸੇ ਵੀ ਤਰੀਕੇ ਦੀ ਆਪਣੀ ਜਿਹੜੀ ਹੈਗੀ ਹੈ ਹੋ ਸਕਦੀ ਹੈ। ਤਾਂ ਇਨਫੋਰਮੇਸ਼ਨ ਨੂੰ ਜਦੋਂ ਲਰਨਰ ਕੰਪੋਨੈਂਟ ਯੂਜ਼ ਟੂ ਕ੍ਰੀਏਟ, ਤਾਂ ਇਨਫੋਰਮੇਸ਼ਨ ਕਾਹਦੇ ਲਈ ਹੈ ਕਿ ਆਪਾਂ ਨਵੀਂ ਕ੍ਰੀਏਟ ਕਰਨੀ ਹੈ ਜਾਂ ਪੁਰਾਣੀ ਆਪਾਂ ਇਨਪੁਟ ਜਿਹੜੀ ਮੋਡੀਫਾਈ ਕਰਨੀ ਹੈ, ਉਹਦਾ ਕੋਈ ਸਟਰਕਚਰ ਹੋਣਾ ਚਾਹੀਦਾ ਕਿ ਜਿਹੜੇ ਸਟਰਕਚਰ ਦੇ ਵਿੱਚ ਇਨਪੁਟ ਮਿਲ ਰਹੀ ਹੈ ਹੈ ਨਾ, ਨਵੀਂ ਇਨਪੁਟ ਵੀ ਆਪਾਂ ਉਸੇ ਤਰੀਕੇ ਦੇਣੀ ਹੈ। ਜੇ ਪੁਰਾਣੀ ਇਨਪੁਟ ਦੇ ਵਿੱਚ ਆਪਾਂ ਮੋਡੀਫਿਕੇਸ਼ਨ ਕਰਨੀ ਤਾਂ ਉਸੇ ਸਟਰਕਚਰ ਦੇ ਵਿੱਚ ਆਪਾਂ ਮੋਡੀਫਿਕੇਸ਼ਨ ਕਰ ਸਕਦੇ ਹਾਂ। ਫੀਡਬੈਕ ਅੱਗੇ ਲਰਨਰ ਫੀਡਬੈਕ ਦਿੰਦਾ ਐਕਸਪਰਟ ਨੂੰ ਹੈ ਨਾ,
ਕਿ ਮਤਲਬ ਉਹਦੇ ਬਾਰੇ ਫੀਡਬੈਕ ਹੈ ਗੁੱਡ ਬੈਡ ਯੈਸ ਜਾਂ ਨੋ ਦੇ ਵਿੱਚ ਵੀ ਦੇ ਸਕਦਾ, ਬਟ ਅਦਰਵਾਈਜ਼ ਕੀ ਹੈ ਪ੍ਰੋਪਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਫੀਡਬੈਕ ਹੈ ਜਿਹੜੀ ਦਿੱਤੀ ਜਾ ਸਕਦੀ ਹੈਗੀ। ਫੀਡਬੈਕ ਹੈ ਜਿਹੜਾ ਸਭ ਤੋਂ ਅਸੈਂਸ਼ੀਅਲ ਕੰਪੋਨੈਂਟ ਹੁੰਦਾ ਲਰਨਿੰਗ ਦਾ, ਠੀਕ ਹੈ। ਕਿ ਜੇਕਰ ਆਪਾਂ ਫੀਡਬੈਕ ਦੇਵਾਂਗੇ, ਫੀਡਬੈਕ ਸਿੰਪਲ ਯੈਸ ਔਰ ਨੋ ਟਾਈਪ ਦੀ ਵੀ ਹੋ ਸਕਦੀ ਹੈ, ਅਦਰਵਾਈਜ਼ ਕੀ ਇਹਦੇ ਵਿੱਚ ਯੂਜ਼ਫੁਲ ਇਨਫੋਰਮੇਸ਼ਨ ਵੀ ਹੋ ਸਕਦੀ ਹੈ ਕਿ ਆਪਾਂ ਮੰਨ ਲਓ ਯੈਸ ਜਾਂ ਨੋ ਦੇ ਵਿੱਚ ਕਿ ਅੱਛਾ ਹਾਂ ਸਮਝ ਆਇਆ ਜਾਂ ਨਹੀਂ ਆਇਆ, ਇਹ ਵੀ ਫੀਡਬੈਕ ਦੇਖ ਸਕਦੇ ਹਾਂ। ਅਦਰਵਾਈਜ਼ ਕੀ ਆਪਾਂ ਕੁਛ ਕੁ ਯੂਜ਼ਫੁਲ ਇਨਫੋਰਮੇਸ਼ਨ ਵੀ ਦੇ ਸਕਦੇ ਹਾਂ ਕਿ ਤੁਹਾਡਾ ਮਤਲਬ ਮੰਨ ਲਓ ਆਪਾਂ ਟੀਚਰ ਨੂੰ ਕਹਿੰਦੇ ਤੁਹਾਡੇ ਪੜ੍ਹਾਉਣ ਦੇ ਤਰੀਕੇ 'ਚ ਮਤਲਬ ਤੁਸੀਂ ਡਿਟੇਲ 'ਚ ਨਹੀਂ ਕਰਵਾਉਂਦੇ ਜਾਂ ਕੀ ਪ੍ਰੋਬਲਮ ਹੈ, ਉਹ ਕੀ ਯੂਜ਼ਫੁਲ ਇਨਫੋਰਮੇਸ਼ਨ ਵੀ ਆਪਾਂ ਦੇ ਸਕਦੇ ਹਾਂ। ਨੈਕਸਟ ਟਾਈਪਸ ਆਫ ਲਰਨਿੰਗ ਹੈ। ਲਰਨਿੰਗ ਦੇਖੋ 5 ਤਰ੍ਹਾਂ ਦੀ ਹੁੰਦੀ ਹੈ: ਮੈਮੋਰਾਈਜੇਸ਼ਨ, ਡਾਇਰੈਕਟ ਇੰਸਟਰਕਸ਼ਨ, ਐਨਾਲੋਜੀ, ਇੰਡਕਸ਼ਨ ਅਤੇ ਡਿਟੈਕਸ਼ਨ। ਲਰਨਿੰਗ ਬਾਏ ਮੈਮੋਰਾਈਜ਼ਿੰਗ, ਇਹਦੇ ਵਿੱਚ ਕੀ ਹੈ ਸਿੰਪਲੈਸਟ ਫੋਰਮ ਹੈ ਲਰਨਿੰਗ ਦੀ। ਇਹਦੇ ਵਿੱਚ ਕੀ ਹੈ ਮੈਮੋਰਾਈਜ਼ਿੰਗ ਦੇ ਵਿੱਚ ਲਰਨਿੰਗ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਯਾਦ ਹੈਗੀ ਆ ਉਹਨਾਂ ਤੋਂ ਕੋਈ ਆਪਾਂ ਚੀਜ਼ ਸਿੱਖਦੇ ਹਾਂ, ਜਿਹੜੀਆਂ ਆਪਾਂ ਨੂੰ ਨੋਰਮਲੀ ਮੈਮੋਰਾਈਜ਼ ਹੈਗੀਆਂ ਨੌਲੇਜ ਮੈਮੋਰਾਈਜ਼ ਹੈਗੀ ਹੈ ਜਾਂ ਥੋਟ ਮੈਮੋਰਾਈਜ਼ ਹੈਗੇ ਆ, ਉਹਨਾਂ ਤੋਂ ਆਪਾਂ ਕੁਛ ਸਿੱਖਣਾ, ਉਹ ਹੁੰਦਾ ਲਰਨਿੰਗ ਫਰੋਮ ਬਾਈ ਮੈਮੋਰਾਈਜੇਸ਼ਨ। ਡਾਇਰੈਕਟ ਇੰਸਟਰਕਸ਼ਨ, ਤੁਹਾਨੂੰ ਡਾਇਰੈਕਟ ਇੰਸਟਰਕਸ਼ਨ ਦੇ ਰਿਹਾ ਕਿ ਇਹ ਕੰਮ ਕਰ ਲਓ, ਇਹ ਕੰਮ ਕਰ ਲਓ, ਤੁਸੀਂ ਉਸ ਤਰੀਕੇ ਕਰ ਰਹੇ ਹੋ, ਤਾਂ ਤੁਸੀਂ ਕੀ ਹੈ ਤੁਹਾਨੂੰ ਇੰਸਟਰਕਸ਼ਨ ਵੀ ਦਿੱਤੀਆਂ ਜਾ ਰਹੀਆਂ, ਨਾਲ ਦੀ ਨਾਲ ਤੁਸੀਂ ਕੀ ਹੈ ਸਿੱਖ ਵੀ ਰਹੇ ਹੋ ਕੁਛ। ਐਨਾਲੋਜੀਕਲ ਲਰਨਿੰਗ, ਐਨਾਲੋਜੀਕਲ ਲਰਨਿੰਗ ਦੇ ਵਿੱਚ ਕੀ ਹੈ ਇਟ ਇਜ਼ ਅ ਪ੍ਰੋਸੈਸ ਆਫ ਲਰਨਿੰਗ ਐਨ ਨਿਊ ਕੰਸੈਪਟ ਔਰ ਸੋਲਿਊਸ਼ਨ ਥੋਟ ਵਿਦ ਦਾ ਯੂਜ਼ ਆਫ ਸਿਮਿਲਰ ਨੋਨ ਕੰਸੈਪਟ ਆਫ ਸੋਲਿਊਸ਼ਨ। ਕਿ ਮੰਨ ਲਓ ਤੁਹਾਨੂੰ ਕੋਈ ਪ੍ਰੋਬਲਮ ਆਈ ਤਾਂ ਸੇਮ ਪ੍ਰੋਬਲਮ ਕਿਸੇ ਹੋਰ ਨੂੰ ਵੀ ਆਈ ਸੀ, ਤਾਂ ਉਹਨੇ ਜਿਹੜਾ ਸੋਲਿਊਸ਼ਨ ਯੂਜ਼ ਕੀਤਾ ਤੁਸੀਂ ਉਹ ਸੋਲਿਊਸ਼ਨ ਯੂਜ਼ ਕਰਕੇ ਕੁਛ ਆਪਣੀ ਪ੍ਰੋਬਲਮ ਨੂੰ ਸੋਲਵ ਕੀਤਾ ਸਿੱਖਦੇ ਸਿੱਖਦੇ। ਸੇਮ ਕੰਸੈਪਟ ਹੋਵੇ ਜਦੋਂ ਕਿਸੇ ਨਾਲ ਮਿਲਦਾ ਆਪਣਾ, ਤਾਂ ਉਹਦੇ ਸੇਮ ਆਪਾਂ ਨੌਲੇਜ ਜਿਹੜੀ ਉਸ ਦੂਸਰੇ ਇਨਸਾਨ ਨਾਲ ਯੂਜ਼ ਕਰਾਂਗੇ, ਤੁਹਾਨੂੰ ਕੀ ਹੈ ਐਨਾਲੋਜੀਕਲ ਲਰਨਿੰਗ ਕਿਹਾ ਜਾਂਦਾ। ਜਦੋਂ ਆਪਾਂ ਸਿਮਿਲਰ ਕੰਸੈਪਟ ਦੇ ਵਿੱਚੋਂ ਜਿਹੜੀ ਨੌਲੇਜ ਯੂਜ਼ ਕਰਕੇ ਉਹਨੂੰ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ। ਇੰਡਕਟਿਵ ਲਰਨਿੰਗ ਜਿਹੜੀ ਹੈਗੀ ਹੈ ਇਹ ਕੀ ਹੈ ਪਾਵਰਫੁਲ ਹੁੰਦੀ ਹੈ ਐਨਾਲੋਜੀਕਲ ਲਰਨਿੰਗ ਤੋਂ। ਫੋਰਥ ਟਾਈਪ ਹੈ ਇੰਡਕਟਿਵ ਲਰਨਿੰਗ ਦੇ ਵਿੱਚ ਦਾ ਫਾਰਮ ਆਫ ਲਰਨਿੰਗ ਰਿਕੁਆਇਰ ਦਾ ਯੂਜ਼ ਆਫ ਇੰਡਕਟਿਵ ਇਨਫਰੈਂਸ, ਅ ਫਾਰਮ ਆਫ ਇਨਵੈਲਿਡ ਬਟ ਯੂਜ਼ਫੁਲ ਇਨਫਰੈਂਸ। ਕਿ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਟੈਕਨੀਕਸ ਲਰਨ ਕਰਾਂਗੇ ਇਹਦੇ ਵਿੱਚ ਕਿ ਆਪਾਂ ਕੁਛ ਲਰਨ ਕਰਨਾ, ਇੰਡਕਟਿਵ ਹੁੰਦਾ ਕਿ ਇਨਵੈਲਿਡ ਵੇ ਨਾਲ ਕਰਨਾ, ਬਟ ਕੀ ਉਹਦਾ ਰਿਜ਼ਲਟ ਸਹੀ ਹੋਣਾ। ਅਤੇ ਡਿਡਕਟਿਵ ਕੀ ਹੈ ਫਾਈਨਲ ਟਾਈਪ ਹੈ, ਲਾਸਟ ਟਾਈਪ ਹੈ। ਇਟ ਇਜ਼ ਅ ਕੰਪਲੀਸ਼ ਥੋਟ ਅ ਸੀਕੁਐਂਸ ਆਫ ਡਿਡਕਟਿਵ ਇਨਫਰੈਂਸ ਸਟੈਪਸ ਯੂਜਿੰਗ ਨੋਨ ਫੈਕਟਸ। ਕਿ ਜਿਹੜੀਆਂ ਸੱਚਾਈਆਂ ਕੋਈ ਸੱਚੀਆਂ ਆਪਾਂ ਕਹਿ ਦਈਏ ਫੈਕਟ ਹੈਗੇ ਆ, ਜਿਹੜੇ ਟਰੂ ਫੈਕਟ ਹੈ ਉਹਨਾਂ ਦੇ ਬੇਸਡ ਆਪਾਂ ਕੁਛ ਲਰਨ ਕਰਦੇ ਹਾਂ, ਫੈਕਟਸ ਨੂੰ ਜਾਣਦੇ ਹੋ ਕੁਛ ਲਰਨ ਕਰਨੇ ਤੋਂ ਉਹਨੂੰ ਆਪਾਂ ਡਿਡਕਟਿਵ ਲਰਨਿੰਗ ਕਹਾਂਗੇ। ਫੈਕਟਰ ਅਫੈਕਟਿੰਗ ਲਰਨਿੰਗ ਕਿ ਜਿਹੜੇ ਫੈਕਟਰ ਆਪਾਂ ਨੂੰ ਲਰਨਿੰਗ ਨੂੰ ਅਫੈਕਟ ਕਰ ਸਕਦੇ ਆ। ਇੰਡੀਵਿਜੂਅਲ ਮੋਟੀਵੇਸ਼ਨ, ਦੇਖੋ ਲਰਨ ਹੁੰਦਾ ਕੁਛ ਨਾ ਕੁਛ ਨਵਾਂ ਸਿੱਖਣਾ, ਤਾਂ ਇਹਨੂੰ ਕਿਹੜੇ ਕਿਹੜੇ ਫੈਕਟਰ ਅਫੈਕਟ ਕਰ ਸਕਦੇ ਆ। ਇੰਡੀਵਿਜੂਅਲੀ ਮੋਟੀਫਿਕੇਸ਼ਨ, ਜੇਕਰ ਆਪਣੇ ਕੋਲ ਇੰਡੀਵਿਜੂਅਲੀ ਮੋਟੀਫਿਕੇਸ਼ਨ ਹੋਊਗੀ ਆਪਾਂ ਨੂੰ ਕੀ ਆਪਣੇ ਅੰਦਰੋਂ ਹੀ ਹੋਊਗਾ ਕਿ ਆਪਾਂ ਕੁਛ ਸਿੱਖਣਾ ਹੈਗਾ, ਫਿਰ ਹੀ ਕੀ ਆਪਾਂ ਲਰਨਿੰਗ ਕਰਾਂਗੇ। ਕਈ ਤੁਸੀਂ ਵੇਖਿਆ ਹੋਊਗਾ ਹੁੰਦਾ ਕਿ ਨਹੀਂ ਬਸ ਜਿੰਨਾ ਕੁ ਆਪਣਾ ਸਿਲੇਬਸ ਹੈ ਹੈ ਨਾ ਉਨਾ ਕੁ ਕਰ ਲਓ ਬਹੁਤ ਹੈ, ਬਟ ਜਦੋਂ ਆਪਣੇ ਕੋਲ ਇੰਡੀਵਿਜੂਅਲੀ ਮੋਟੀਵੇਸ਼ਨ ਹੋਵੇ ਕਿ ਆਪਾਂ ਕੁਛ ਨਾ ਕੁਛ ਨਵਾਂ ਕਰਨਾ, ਤਾਂ ਆਪਾਂ ਕੀ ਹੈ ਲਰਨ ਕਰਨਾ ਸਟਾਰਟ ਕਰਦੇ ਹਾਂ। ਇੰਡੀਵਿਜੂਅਲੀ ਆਪਣੇ ਅੰਦਰੋਂ ਹੁੰਦਾ ਕਿ ਆਪਾਂ ਕੁਛ ਨਾ ਕੁਛ ਨਵਾਂ ਸਿੱਖਣਾ। ਕਾਰਪੋਰੇਟ ਕੰਟੈਕਸਟ, in considering the role and impact of corporate culture on learning within companies, it is interesting to note the expertise carried out। ਕਿ ਕੁਛ ਐਕਸਪਰਟ ਜਿਹੜੇ ਹੈਗੇ ਆ, ਐਕਸਪਰਟਸ ਦੀ ਜਿਹੜੇ ਡਾਕੂਮੈਂਟੇਸ਼ਨਸ ਹੈਗੀਆਂ ਉਹਨਾਂ ਤੋਂ ਕੁਛ ਨਾ ਕੁਛ ਆਪਾਂ ਜਿਹੜੀਆਂ ਡਾਕੂਮੈਂਟੇਸ਼ਨ ਆਪਾਂ ਨੂੰ ਜਦੋਂ ਪਤਾ ਲੱਗਦਾ ਕੋਈ ਐਕਸਪਰਟ ਨੇ ਐਕਸਪੈਰੀਮੈਂਟ ਕੀਤਾ, ਤਾਂ ਉਸ ਤੋਂ ਚੀਜ਼ ਤੋਂ ਪ੍ਰਭਾਵਿਤ ਹੋ ਕੇ ਜਦੋਂ ਆਪਾਂ ਲਰਨਿੰਗ ਸਟਾਰਟ ਕਰਦੇ ਹਾਂ, ਤਾਂ ਉਹ ਜਿਹੜੀਆਂ ਐਕਸਪਰਟ ਦੇ ਆਪਾਂ ਕਹਿ ਦਿਓ ਐਕਸਪਰਟ ਦੇ ਐਕਸਪੈਰੀਮੈਂਟਸ ਹੈ ਜਿਹੜੇ ਉਹ ਵੀ ਕੀ ਆਪਾਂ ਨੂੰ ਲਰਨਿੰਗ ਲਈ ਜਿਹੜੇ ਮਤਲਬ ਆਪਾਂ ਕਹਿ ਦਿਓ ਇੱਛਾ ਪ੍ਰਗਟ ਆਪਣੇ ਅੰਦਰੋਂ ਆਉਂਦੀ ਹੈ ਕਿ ਇਹਨਾਂ ਨੇ ਜੇ ਕੁਛ ਕੀਤਾ ਐਕਸਪੈਰੀਮੈਂਟ ਕੀਤਾ ਤਾਂ ਆਪਾਂ ਵੀ ਕਰ ਸਕਦੇ ਹਾਂ। ਲਰਨਿੰਗ ਕੰਟੈਕਸਟ, ਇਹਦੇ ਵਿੱਚ ਕੀ ਹੈ ਬੋਥ ਦਾ ਟ੍ਰੇਨਿੰਗ ਆਫ ਕਲਾਇੰਟ
and in-house engineering learning the place more readily and the client learn comfort with the specific problem। ਕਿ ਜਿਹੜਾ ਟ੍ਰੇਨਰ ਹੋਊਗਾ ਆਪਾਂ ਨੂੰ ਹੈ ਨਾ ਸਿਖਾਊਗਾ ਕੁਛ, ਜਿਹੜੇ ਕਲਾਇੰਟ ਹੈ ਦੋਨੋਂ ਕੀ ਹੈ ਕਿ ਜਿਸ ਪ੍ਰੋਬਲਮ ਬਾਰੇ ਉਹ ਲਰਨ ਕਰਨਾ ਚਾਹੁੰਦੇ ਉਹਦੇ ਵਿੱਚ ਕੀ ਹੈ ਕੋਈ ਸਪੈਸੀਫਿਕ ਪ੍ਰੋਬਲਮ ਹੋਣੀ ਚਾਹੀਦੀ ਹੈ, ਕੋਈ ਸਪੈਸੀਫਿਕ ਕਨਸੈਪਟ ਹੋਣਾ ਚਾਹੀਦਾ ਜਿਹਦੇ ਬਾਰੇ ਕਿ ਟ੍ਰੇਨਰ ਤੁਹਾਨੂੰ ਟ੍ਰੇਨ ਕਰ ਰਿਹਾ ਅਤੇ ਕਲਾਇੰਟ ਹੈ ਜਿਹੜਾ ਉਹਦੇ ਬਾਰੇ ਚੀਜ਼ ਬਾਰੇ ਸਿੱਖ ਰਿਹਾ। ਰਿਕੋਗਨਾਈਜੇਸ਼ਨ ਆਫ ਨੌਲੇਜ ਐਕੁਇਜ਼ੀਸ਼ਨ, ਅਤੇ ਇਹਦੇ ਵਿੱਚ ਕੀ ਹੈ ਲਰਨਿੰਗ ਦੇ ਵਿੱਚ ਕੀ ਹੈ ਜਿਹੜੀ ਨੌਲੇਜ ਆਪਾਂ ਜਿੱਥੋਂ ਐਕਵਾਇਰ ਕਰ ਰਹੇ ਹਾਂ ਉਹਦੇ ਬਾਰੇ ਆਪਾਂ ਨੂੰ ਕੀ ਹੈ ਉਹਨੂੰ ਉਸ ਬਾਰੇ ਆਪਾਂ ਨੂੰ ਉਸ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਜਿਸ ਜਗ੍ਹਾ ਤੋਂ ਆਪਾਂ ਨੂੰ ਲਰਨਿੰਗ ਨੌਲੇਜ ਮਿਲ ਰਹੀ ਹੈ। ਮੰਨ ਲਓ ਕੋਈ ਐਕਸਪਰਟ ਤੋਂ ਆਪਾਂ ਨੌਲੇਜ ਲੈ ਰਹੇ ਹਾਂ ਤਾਂ ਆਪਾਂ ਨੂੰ ਐਕਸਪਰਟ ਬਾਰੇ ਪਤਾ ਹੋਣਾ ਚਾਹੀਦਾ। ਜੇ ਕੋਈ ਆਪਾਂ ਡਾਕੂਮੈਂਟ ਤੋਂ ਆਪਾਂ ਨੌਲੇਜ ਲੈ ਰਹੇ ਹਾਂ ਤਾਂ ਆਪਾਂ ਨੂੰ ਡਾਕੂਮੈਂਟਸ ਬਾਰੇ ਵੀ ਪਤਾ ਹੋਣਾ ਚਾਹੀਦਾ। ਪ੍ਰੀ ਸਰਵਿਸ ਟ੍ਰੇਨਿੰਗ ਫॉर ਸਟਾਫ ਯੂਜ਼ਰ ਐਂਡ ਇੰਸਟਰਕਸ਼ਨ, ਕਿ ਜਿਹੜੀਆਂ ਕਿਸੇ ਮੰਨ ਲਓ ਕੰਪਨੀ ਦਾ ਸਟਾਫ ਹੈ, ਕਿਸੇ ਔਰਗਨਾਈਜੇਸ਼ਨ ਦਾ ਸਟਾਫ ਹੈ, ਉਹਨਾਂ ਦੇ ਲਈ ਜਿਹੜੀਆਂ ਇੰਸਟਰਕਸ਼ਨਸ ਕਿ ਉਹਨਾਂ ਤੋਂ ਆਪਣੀ ਉਹਨਾਂ ਦੀ ਸਰਵਿਸ ਕਰਵਾਉਣ ਲਈ ਕੁਛ ਕੁ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਉਹ ਵੀ ਕਿ ਲਰਨਿੰਗ ਨੂੰ ਇਫੈਕਟ ਕਰਦੀਆਂ। ਰੋਲ ਆਫ ਇੰਸਟਰਕਸ਼ਨ ਐਂਡ ਲਰਨਰ ਇਨ ਦ ਲਰਨਿੰਗ ਸਿਨੈਰੀਓ ਐਂਡ ਹਾਊ ਟੈਕਨੋਲੋਜੀ ਚੇਂਜਸ ਦਾ ਰੋਲ, ਕਿ ਇਹ ਦੇਖੋ ਲਰਨਿੰਗ ਦੇ ਵਿੱਚ ਦੋਨੋਂ ਮੇਨਲੀ ਜਿਹੜੇ ਹੈਗੇ ਆ ਇੰਪੋਰਟੈਂਟ ਹੈਗੇ ਆ, ਇੰਸਟਰਕਟਰ ਵੀ ਅਤੇ ਲਰਨਰ ਵੀ, ਜਿਹੜੇ ਆਪਾਂ ਨੂੰ ਚੀਜ਼ ਦੱਸ ਰਹੇ ਉਹ ਵੀ ਅਤੇ ਜਿਹੜਾ ਚੀਜ਼ ਸਿੱਖ ਰਿਹਾ ਉਹ ਵੀ, ਦੋਨੋਂ ਮੇਨ ਕੰਪੋਨੈਂਟ ਹੈ। ਤਾਂ ਉਹਨਾਂ ਦੇ ਵਿੱਚ ਕੀ ਹੈ ਮੇਨ ਸਿਨੈਰੀਓ ਹੋਣਾ ਚਾਹੀਦਾ ਕਿ ਕੀ ਸਿਸਟਮ ਹੋਊਗਾ, ਸ਼ਡਿਊਲ ਕੀ ਹੋਊਗਾ ਸਿਖਾਉਣ ਦਾ। ਹਾਊ ਟੈਕਨੋਲੋਜੀ ਚੇਂਜਸ ਦਾ ਰੋਲਸ, ਕਿ ਜਿਹੜੀਆਂ ਉਹਦੇ ਵਿੱਚ ਕੀ ਟੈਕਨੋਲੋਜੀ ਯੂਜ਼ ਕਰਨਗੇ ਉਹ ਆਪਣਾ ਗੋਲ ਅਚੀਵ ਕਰਨ ਲਈ। ਜਿਹੜਾ ਲਰਨਰ ਹੈ ਉਹਨੂੰ ਕੁਛ ਸਿੱਖਣਾ, ਜਿਹੜਾ ਇੰਸਟਰਕਟਰ ਹੈ ਉਹਨਾਂ ਨੂੰ ਸਿਖਾਉਣਾ ਕੀ ਟੈਕਨੋਲੋਜੀਸ ਹੋਣਗੀਆਂ, ਕਿਵੇਂ ਸਿਖਾਇਆ ਜਾਊਗਾ, ਕਿ ਉਹਨੂੰ ਡਾਕੂਮੈਂਟੇਸ਼ਨ ਦਿੱਤੀ ਜਾਊਗੀ ਜਾਂ ਕਿ ਉਹਦੀ ਇੰਟਰਵਿਊ ਵਗੈਰਾ ਕਰਕੇ ਉਹਨੂੰ ਜਿਹੜੀ ਹੈ ਚੀਜ਼ ਸਿਖਾਈ ਜਾਊਗੀ। ਅਸੈਸਮੈਂਟ, ਨੰਬਰ ਆਫ ਕੇਸਿਸ ਸਟੱਡੀਡ ਮੈਂਸ਼ਨ ਫॉर द ਨੀਡ ਆਫ ਅਸੈਸਮੈਂਟ ਪਰਫੋਰਮੈਂਸ, ਜਿਹੜੇ ਪਹਿਲਾਂ ਨੰਬਰ ਆਫ ਕੇਸਿਸ ਹੋਏ ਆ ਉਹਨਾਂ ਨੂੰ ਸਟੱਡੀ ਕਰਕੇ ਜਿਹੜਾ ਆਪਾਂ ਕੁਛ ਸਿੱਖ ਸਕਦੇ ਹਾਂ। ਇਹ ਸੀ ਆਪਣਾ ਜੀ 6th ਚੈਪਟਰ। ਅਗਰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ।